ਰਾਤੀ ਮੈਂ ਮੈਸੇਜ ਥੱਲੇ 2-3 ਕੋਈ ਹੋਰ ਕੀਤੇ ਸਨ। ਗੁੱਸਾ ਉਹਨਾਂ ਨੂੰ ਉਹ ਕਹਿੰਦੇ ਸੀ ਨਾ, ਗੁੱਸਾ ਘੁਮਿਆਰ ਤੇ ਡਿੱਗਾ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ, ਉਹ ਵਾਲਾ ਹਿਸਾਬ ਹੋਇਆ ਮੀਆਂ ਸਾਹਿਬ ਦਾ ਰਾਤੀ। ਜੀ ਉਹ ਮੈਨੂੰ ਤੇ ਕੋਈ ਉਸ ਗੱਲ ਤੇ ਇਸ਼ੂ ਨਹੀਂ, ਮੈਂ ਤੇ ਉਹਦੇ ਵੈਸੇ ਗੱਲ ਕੀਤੀ ਸੀ ਨਾਜ਼ਮਲ ਨਾਲ। ਆਹੋ ਮੈਨੂੰ ਵੀ ਉਹ ਗੱਲ ਗੁੱਸਾ ਕਿਸੇ ਹੋਰ ਦਾ ਸੀ। ਮੈਂ ਕਿਹਾ ਮੀਆਂ ਸਾਹਿਬ ਹਰ ਪਾਸੇ ਕਹਿੰਦੇ ਨੇ ਉਹ ਕਿਸੇ ਦਾ ਨਾਂ ਲੈ ਕੇ ਨਾ ਉਹਨੂੰ ਫੇਮ ਦਿਆ ਕਰੋ, ਨਾ ਫੇਮ ਦਿਆ ਕਰੋ। ਰਾਤੀ ਆਪ ਬਰਾੜ ਲਾ ਕੇ ਫੇਮ ਦੇ ਰਹੇ ਸੀ। ਨਹੀਂ ਮੀਆਂ ਸਾਹਿਬ ਦੇ ਨਾਲ ਕਿਸੇ ਦਾ ਕੋਈ ਮਸਲਾ ਨਹੀਂ ਹੈਗਾ ਯਾਰ। ਇਸ ਵਕਤ ਮਸਲਾ ਸਿਰਫ ਆਮਨ ਨਜ਼ੀਰ ਸਾਹਿਬ ਦਾ ਤੇ ਕੋਈ ਆਮਨ ਨਜ਼ੀਰ ਦਾ ਮਸਲਾ ਨਹੀਂ ਯਾਰ। ਤੁਸੀਂ ਐਵੇਂ ਆਮਨ ਨਜ਼ੀਰ ਦਾ ਮਸਲਾ ਇਤਨਾ ਨਹੀਂ ਚੰਗੇਜ਼ ਖਾਨ ਸਾਹਿਬ, ਤੁਸੀਂ ਵੀ ਕਮੈਂਟ ਤੇ ਉਹ ਸੋਚ ਸਮਝ ਕੇ ਕਰਿਆ ਕਰੋ ਨਾ। ਆਮਨ ਨਜ਼ੀਰ ਦਾ ਪਤਾ ਨਹੀਂ ਕੀ ਮਸਲਾ ਬਣਾ ਕੇ ਬੈਠੇ ਹੋ ਤੁਸੀਂ, ਕਸਮ ਖੁਦਾ। ਓਏ ਆਮਨ ਨਜ਼ੀਰ ਦਾ ਮਸਲਾ ਹੈ ਨਾ, ਤੈਨੂੰ ਨਹੀਂ ਸਮਝ ਆ ਰਿਹਾ ਤੇ ਮੈਂ ਤਾਂ ਕਿਸੇ ਵਾਰੀ ਸਮਝਾ ਦਾਂਗਾ ਯਾਰ, ਕਿਸੇ ਹੋਰ ਟਾਈਮ ਭਰਾਵਾ। ਟਾਈਮ ਖਤਮ ਹੋ ਗਿਆ ਅਮਨ ਵੀਰ ਦਾ, ਹੁਣ ਖਤਮ ਹੋ ਗਿਆ ਜੇ, ਹੁਣ ਕੀ ਕਰਨਾ ਹੈ? ਨਹੀਂ ਉਹਨਾਂ ਨੂੰ ਹੋਰ ਟਾਈਮ ਲਾਏਗਾ ਕੀ ਕਰਦਾ ਯਾਰ ਨਾ। ਨਹੀਂ ਬਈ ਨਹੀਂ, ਜਿਵੇਂ ਅਸੀਂ ਲਾਂਗੇ ਟਾਈਮ ਉਹਨਾਂ ਦੇ ਯਾਰ। ਨਾਲੇ ਮੌਲਵੀ ਸਾਹਿਬ 12 ਵਜੇ ਕਿਹੜਾ ਜੁਮਾ ਹੁੰਦਾ ਜੇ ਜੀ? ਟਾਈਮ ਜ਼ਾਇਆ ਹੀ ਕਰਾਇਆ ਜੀ ਯਾਰ ਮੈਂ। ਉਹ ਡਿਪੈਂਡ ਕਰਦਾ ਹੈ ਕਿਹੜੇ ਮੁਲਕ ਵਿੱਚ ਨੇ। ਉਹ ਜੀ ਇਟਾਲੀਅਨ ਮਰਹੂਮ ਚ ਨੇ। ਅੱਛਾ ਚੱਲ ਮੇਲੇ ਤੇ ਚਲੀ ਜੇ। ਅੱਜ ਟਾਈਮ ਜ਼ਾਇਆ ਕਰਾਇਆ ਓਪਨ ਆਈ ਨੇ ਬੜਾ ਯਾਰ, ਕੋਈ ਛੱਟਾ ਨਹੀਂ ਮਾਰ ਸਕਦਾ। ਬੜਾ ਬਾਇਆ ਓਪਨ ਆਈ ਨੇ। ਹੁਣ ਖੁਤਬਾ ਸੁਣ ਕੇ ਜਾਇਓ ਸਾਰੇ। ਹੁਣ ਖੁਤਬਾ ਲਾਊਗਾ ਨਾ ਅਸਲ में ना, ਹੁਣ ਖੁਤਬਾ ਲਾਊਗਾ ਓਪਨ ਆਈ। ਚਲੇ ਯਾਰ 2 ਘੰਟੇ ਪਏ ਨੇ, ਲੇਕਿਨ ਮਸਲਾ ਇਹ ਵੇ ਕਿ ਚੰਗਾ ਭਲਾ ਛੱਟਾ ਮਾਰਨੇ ਸੀ, ਸਵੇਰੇ ਉੱਠੇ ਸੀ, ਲੇਕਿਨ ਓਪਨ ਆਈ ਨੇ ਇੱਥੇ ਬਾਅਦ ਛੱਡਿਆ ਯਾਰ ਇਹਦਾ ਮਤਲਬ ਮੈਨੂੰ ਵਾਪਸ ਬਰਾੜ ਲਾ ਲੈਣੀ ਚਾਹੀਦੀ ਹੈ। ਛੱਟਿਆਂ ਵਾਲੀ ਬਰਾੜ ਇੱਕ ਵੱਖਰੀ ਹੋਣੀ ਚਾਹੀਦੀ ਹੈ। ਤੁਸੀਂ ਅੱਜ ਬਰਾੜ ਲਾਣੀ ਹੈ ਜਨਾਬ ਹਾਜੀ ਸਾਹਿਬ ਦੇ ਉੱਤੇ ਤੇ ਹਬੀਬੁੱਲਾ ਦੇ ਉੱਤੇ ਨਾ। ਹਬੀਬੁੱਲਾ ਨਾ ਮੈਂ ਤੁਹਾਨੂੰ ਕਿਹਾ ਮੈਂ ਉਰਲਪ ਤੇ ਆ ਪੂਰਾ ਮਹੀਨਾ। ਉਹ ਇਹਦਾ ਫੋਟੋ ਟੰਗੋ ਨਾ, ਹਾਜੀ ਦੀ ਫੋਟੋ ਟੰਗੋ ਤੇ ਹਬੀਬੁੱਲਾ ਦੀ ਟੰਗੋ ਨਾ ਬਈ ਯਾਰ ਹਾਜੀ ਸਾਹਿਬ ਸ਼ਰੀਫ ਬੰਦੇ ਨੇ, ਕਿਉਂ ਤੁਸੀਂ ਹਾਜੀ ਸਾਹਿਬ ਦੀ ਤਸਵੀਰ ਟੰਗਾਉਂਦੇ ਹੋ ਯਾਰ? ਅਲੀ ਅਕਬਰ ਸਾਹਿਬ ਕੋਈ ਨੇਕ ਮਸ਼ਵਰਾ ਦਿਆ ਕਰੋ, ਤੁਸੀਂ ਵੀ ਕੈਸੇ ਕੰਮ ਕਰਦੇ ਹੋ? ਉਹਨਾਂ ਨੇ ਬਹਿਰੀਨ ਸਾਹਿਬ ਨੂੰ ਪਾਇਆ ਜੀ ਉੱਥੇ। ਜਿਹਨੂੰ ਮਰਜ਼ੀ ਬਿਠਾ ਲੇ, ਕੋਈ ਉਹ ਬੰਦੇ ਆਜ਼ਾਦ ਨੇ। ਉਹ ਕੋਈ ਉਹਨਾਂ ਬੈਤ ਨਹੀਂ ਕਰ ਲਈ, ਬਹਿਰੀਨ ਅਗਰ ਆ ਗਿਆ ਉਹਨਾਂ ਦੀ ਬਰਾੜ ਉੱਤੇ, ਉਹਨਾਂ ਜ਼ਾਹਿਰ ਸਵਾਲ ਜਵਾਬ ਵੀ ਉਹਦੇ ਕੋਲ ਪੁੱਛਿਆ ਹੋਣਾ। ਨਾ ਯਾਰ ਮੇਲੇ ਤੇ ਨਾ ਚਲੋ, ਮੇਲੇ ਤੇ ਪਰਹੇਜ਼ ਕਰੋ। ਕੱਲ ਵੇਖੋ ਜੀ ਅਫਜ਼ਲ ਵੜੈਚ ਸਾਹਿਬ ਨਾਲ ਗੱਲਬਾਤ ਹੋਈ ਥੋੜੀ ਜਿਹੀ। ਮੈਨੂੰ ਤੇ ਬੰਦੇ ਉਹਨਾਂ ਦੀ ਨੀਅਤ ਵੀ ਅੱਛੀ ਲੱਗੀ ਹੈ, ਵੈਸੇ ਹੀ ਬੰਦੇ ਪਸੰਦ ਆਏ ਨੇ। ਸਿੱਧੂ ਜੱਟ ਕੋਈ ਬਕਵਾਸ ਕਰਨ ਲੱਗਾ ਸੀ ਮਸੀਹ ਮੌਦ ਅਲੈਹਿਸਲਾਮ ਦੀ ਜ਼ਾਤ ਤੇ, ਪਰ ਮੈਂ ਅਫਜ਼ਲ ਵੜੈਚ ਸਾਹਿਬ ਨੂੰ ਥੋੜੀ ਦਰਖਾਸਤ ਕੀਤੀ, ਉਸੇ ਵੇਲੇ ਉਹਨਾਂ ਨੇ ਉਹਨਾਂ ਬੰਦ ਕਰਾ ਦਿੱਤਾ। ਤੇ ਬਲਕਿ ਉਹ ਨਾ ਬਰਾੜ ਹੀ ਸੁੱਟਤੀ ਸੀ। ਉਹਨਾਂ ਨੇ ਇੰਨਾ ਅਦਬੋ ਇਹਤਰਾਮ ਸਾਨੂੰ ਦਿੱਤਾ ਦੋਸਤਾਂ ਨੂੰ। ਉੱਥੇ 3 ਜਣੇ ਅਸੀਂ ਅਹਿਮਦੀ ਸੀ ਤੇ ਸਾਰੇ ਗੁਲਾਬ ਜਾਮਨ ਤੇ ਇਹ ਉਹ ਸਾਹਿਲ ਕਾਲੋ, ਇਹਨਾਂ ਸਾਰਿਆਂ ਨੂੰ ਖਾਮੋਸ਼ ਕਰਾਇਆ ਉਹਨਾਂ। ਤੇ ਸਾਡੀ ਗੱਲ ਉਹਨਾਂ ਸੁਣੀ ਪੂਰੀ ਨਾ। ਤੇ ਮੈਂ ਤੇ ਵੜਾਈ ਸਾਹਿਬ ਨੂੰ ਅੱਜ ਸਗੋਂ ਉਹਨਾਂ ਦੇ ਖਿਲਾਫ ਬਰਾੜ ਲੱਗੀ ਸੀ। ਉਹ ਵੜਾਈ ਸਾਹਿਬ ਅੱਜ ਦੱਸ ਰਹੇ ਸਨ ਕਿ ਅੱਜ ਬਰਾੜ ਲੱਗੀ ਏ। ਉਹ ਕੀ ਸ਼ਾਰਪ ਸ਼ੂਟਰ ਉਹਨੇ ਲਾਈ ਏ ਤੇ ਗਾਲਾਂ ਦੀ ਬਰਾੜ ਲਗਾਈ ਏ ਉਹਨੇ ਅਫਜ਼ਲ ਵੜਾਈ ਸਾਹਿਬ ਦੇ ਖਿਲਾਫ। ਔਰ ਉਹ ਇੱਕ ਅੱਧਾ ਦੋਸਤ ਬੁਲਾ ਕੇ ਨਾ ਤੇ ਉਹਨਾਂ ਅੰਦਰ ਜਿਹੜਾ ਇਕੱਠਾ ਹੋਇਆ ਸੀ ਉਹ ਸਾਰਾ ਅਫਜ਼ਲ ਵੜਾਈ ਸਾਹਿਬ ਦੇ ਬਾਰੇ ਉਹ ਬਾਹਰ ਕੱਢਿਆ ਵੇ ਗੰਦ ਸ਼ੰਦ ਜੋ ਕੱਲ ਉਹਨਾਂ ਸਾਨੂੰ ਪਾਇਆ ਕਰਕੇ ਲੱਗੀ ਹੋਣੀ ਹੈ। ਸ਼ਾਇਦ ਇਹ ਵਜ੍ਹਾ ਹੋਵੇ। ਨਹੀਂ ਉਹ ਦੱਸ ਰਹੇ ਸਨ ਕਿ ਉਹਨਾਂ ਦਾ ਦੋਸਤ ਹੈ ਕੋਈ ਪਾਕਿਸਤਾਨ ਨਾਂ ਦੀ ਆਈਡੀ, ਤੇ ਉਹ ਕਿਸੇ ਬਰਾੜ ਉੱਤੇ ਬੈਠਿਆ ਸੀ ਤੇ ਉਹ ਉੱਥੇ ਗਾਲਾਂ ਕੱਢੀਆਂ ਨੇ ਤੇ ਉਹ ਬੋਲਿਆ ਨਹੀਂ। ਤੇ ਸ਼ਾਰਪ ਸ਼ੂਟਰ ਨੂੰ ਇਹ ਸੀ ਕਿ ਉਹ ਬੰਦਾ ਬੋਲਿਆ ਕਿਉਂ ਨਹੀਂ, ਮਨਾ ਕਿਉਂ ਨਹੀਂ ਕੀਤਾ ਉਹਨੇ। ਤੇ ਹਾਲਾਂਕਿ ਬੰਦੇ ਜ਼ਾਹਿਰ ਉਹ ਕਿਧਰੇ ਬਾਤ ਲੈਣ ਗਿਆ ਸੀ ਜਾਂ ਕੋਈ ਬਿਜ਼ੀ ਸੀ। ਤੇ ਨਾਲੇ ਕੁਝ ਬੰਦੇ ਹਰ ਵਕਤ ਹਾਜ਼ਰ ਤੇ ਨਹੀਂ ਹੁੰਦੇ ਜਾਂ ਦੂਜਿਆਂ ਦੇ ਮਾਮਲਾਤ 'ਚ ਦਖਲ ਅੰਦਾਜ਼ੀ ਨਹੀਂ ਦਿੰਦੇ। ਇਸ ਬੁਨਿਆਦ ਉੱਤੇ ਉਹ ਕਹਿ ਰਹੇ ਸੀ ਅਫਜ਼ਲ ਵੜੈਚ ਸਾਹਿਬ ਨੂੰ ਕਿ ਤੁਸੀਂ ਉਹਨੂੰ ਰੋਕੋ। ਤੇ ਉਹਨਾਂ ਆਖਿਆ ਉਹ ਮੇਰਾ ਕੋਈ ਪੁੱਤਰ ਤੇ ਨਹੀਂ ਕਿ ਮੈਂ ਉਹਨੂੰ ਰੋਕਾਂ, ਤੇ ਨਾ ਹੀ ਤੂੰ ਮੇਰਾ ਪੁੱਤਰ ਹੈ ਕਿ ਤੇਰੀ ਗੈਰਤ ਮੈਨੂੰ ਜਿਹੜੀ ਉਹ ਲਵੇ ਕਿ ਮੈਂ ਉਹਦੇ ਨਾਲ ਜਾ ਕੇ ਲੜਾਈ ਕਰਾਂ। ਦੋਨੋਂ ਤੁਸੀਂ ਆਜ਼ਾਦ ਹੋ। ਇਹ ਗੱਲ ਦੀ ਵਜ੍ਹਾ ਤੋਂ ਜਾ ਕੇ ਉਹ ਬਰਾੜ ਲਗਾ ਦਿੱਤੀ। ਲਓ ਜੀ ਚੀਮਾ ਸਾਹਿਬ ਆ ਗਏ ਨੇ। ਤੁਸੀਂ ਪਹਿਲਾਂ ਇਹਨਾਂ ਦੀ ਖਿਦਮਤ ਵਿੱਚ ਸਲਾਮ ਅਰਜ਼ ਕਰੋ। ਜੀ अस्सलाम वालेकुम रहमतुल्लाह। वालेकुम सलाम। की हाल चाल? नहीं मैं गुफ्तगू सुन रहा था वर्दी पाली दे अज जी। हाँ जी वो बहुता क्लोजअप सी चोई साहब ਦਾ ਜ਼ਿਆਦਾ ਖੌਫਜ਼ਦਾ ਲੋਕ ਹੋ ਜਾਂਦੇ ਸਨ ਤੇ ਮੈਂ ਕਿ ਥੋੜਾ ਜਿਹਾ ਜ਼ਰਾ ਦੂਰ ਦੀ ਪਿਕਚਰ ਲਾਈ। ਬਾਬਾ ਤੁਸੀਂ ਚੀਮਾ ਸਾਹਿਬ ਲੱਗਦੇ ਚੌਧਰੀ ਸਾਹਿਬ ਦੇ। ਜੀ
ਅੱਛਾ ਜੀ, ਨਹੀਂ ਬਸ ਅਟਵਾਲ ਸਾਹਿਬ ਉਂਝ ਵੀ ਮੈਂ ਤੇ ਬੜੀਆਂ ਸਿੱਟੀਆਂ ਹੋਈਆਂ ਜੀ ਉਹਨਾਂ ਦੇ ਘਰ। ਮੈਂ ਜਾਂਦਾ ਰਿਹਾ ਕੋਠੀ 'ਚ, ਉੱਥੇ ਇੱਕ ਵਾਰੀ ਵੜ ਜਾਓ ਨਾ ਤੇ ਚੀਮਾ ਸਾਹਿਬ ਤੁਹਾਨੂੰ ਪਤਾ ਨਹੀਂ ਲੱਗਦਾ ਨਿਕਲਣਾ ਕਿੱਦਾਂ ਨਾ। ਟੱਲ ਖੜਕਦੇ ਨੇ ਬਕਾਇਦਾ, ਅੱਛਾ ਮਾਸ਼ਾ ਨਾਤਾ ਹਾਊਸ ਜਿਹੜਾ ਨਾ ਇਹਨਾਂ ਦਾ, ਟੱਲ ਖੜਕਦੇ ਨੇ ਤੇ ਪਤਾ ਨਹੀਂ ਲੱਗਦਾ ਬੰਦੇ ਨੂੰ ਨਿਕਲਣਾ ਕਿੱਥੋਂ ਦੀ ਹੈ ਤੇ ਕਿੱਥੋਂ ਦੀ ਜਾਣਾ। ਅੱਛਾ, ਪੂਰਾ ਮਹਿਲ ਹੀ ਮਾਸ਼ਾਅੱਲਾ ਇਹਨਾਂ ਦਾ ਤੇ। ਹਾਂਜੀ, ਮੈਂ ਸਭ ਦਾ ਜਨਰਲ ਸੈਕਟਰੀ ਸੀ ਨਾ, ਤੇ ਮੇਰੇ ਇਹਨਾਂ ਨਾਲ ਬਹੁਤ ਜ਼ਿਆਦਾ ਤਲਕਾਤ ਰਹੇ ਨੇ ਆਪਣੇ ਚੌਧਰੀ ਬਰਾਦਰਾਂ ਨਾਲ। ਅੱਛਾ ਮਾਸ਼ਾਅੱਲਾ। ਹਾਂ ਨਹੀਂ, ਤੁਸੀਂ ਉਸ ਦਿਨ ਜ਼ਿਕਰ ਕਰ ਕਿਹੜੀ ਸਨ ਵਿੱਚ ਜੀ ਕਿਹੜੀ ਸਨ ਵਿੱਚ ਤੁਸੀਂ ਐਮਐਸਐਫ ਦੇ ਬਣੇ ਅਫਜ਼ਲ ਬਰਾੜ ਇਹ ਸਾਹਿਬ ਜੀ ਆਪਣੇ 1899 ਦੀ ਗੱਲ ਹੈ ਆਪਣੇ ਮੌਲਵੀ ਸਾਹਿਬ, ਸਾਇੰਸ ਕਾਲਜ ਦੀ ਬਰਾਦ। ਇੱਕ ਇਲੈਕਸ਼ਨ ਜਿਹੜਾ ਨਾ, ਕਿਉਂਕਿ ਅਸੀਂ ਤੇ ਪਾਰਟੀ ਸਾਂ ਸਰਵਿਸ ਗਰੁੱਪ ਵਾਲਿਆਂ ਦੀ, ਤੇ ਇੱਕ ਇਲੈਕਸ਼ਨ ਉੱਥੇ ਲੜਿਆ ਵਿੱਚ। ਸਾਡਾ ਚੇਅਰਮੈਨ ਸੀ ਕੁੱਲੋਵਾਲ ਛਾਣੇ ਦਾ ਜਿਹੜਾ ਸੀ ਨਾ, ਇਹ ਉਹਦਾ ਭਤੀਜਾ ਸੀ ਉਠਵਾਲ ਸਾਹਿਬ ਨੇ ਕਿਹਾ 1899, ਤੁਸੀਂ ਗੌਰ ਨਹੀਂ ਕੀਤਾ? 1999 ਜੀ, ਸੌਰੀ। ਤੁਸੀਂ ਅਟਵਾਲ ਸਾਹਿਬ ਨੇ ਜ਼ਿਆਦਾ 99 ਬਹੁਤ ਪੁਰਾਣੀ ਗੱਲ ਹੈ, ਤੇ 99 ਵਾਲੀ ਗੱਲ ਉਦੋਂ ਤੇ मैं कौन है ये, मतलब वो अफजल बराड़ साहब तो नहीं है? नहीं ये शुजात हुसैन है। ਸ਼ੁਜਾਤ ਸਾਡੀ ਸੀ ਜਿਹੜੇ ਸ਼ਬੀਰ ਦਾਖਲਾ ਰਿਹਾ ਪਾਰਟੀ। ਕਾਇੰਡ ਆਰਡਰ ਪਾਕਿਸਤਾਨ ਦਾ। मौलवी साहब मैं थोड़ी गुफ्तगू सुनने से वो मैं वही सोच रहा था, शरीफ बंदा एक आ जाए कोला ला करके सदियां बाद जेड़ा हाँ जी ਉਹਦਾ ਫਿਰ ਬੇੜਾ ਗਰਕ। बिल्कुल। वो बड़ैक साहब आज आप भी शायद ਇੱਥੇ ਹੀ ਬੈਠੇ ਸਨ ਥੋੜੀ ਦੇਰ ਪਹਿਲੇ ਆਂਦੇ ਸਨ ਕਿ यहाँ पे 99% ਜੋ ਲਾ ਹੈ ਤੇ ਉਹਨਾਂ ਨੂੰ ਇਹ ਗੱਲ ਅਗਰ ਸਮਝ ਆ ਗਈ, ਮੇਰਾ ਖਿਆਲ ਹੈ ਕਿ ਉਹ ਥੋੜੀ ਦੇਰ ਬ੍ਰੇਕ ਲੈ ਲੈਣੇ। ਲੇਕਿਨ ਉਹਨਾਂ ਨੂੰ ਸਮਝ ਤੇ ਆਈ ਹੈ, ਲੇਕਿਨ ਉਹ ਫਿਰ ਵੀ ਨਹੀਂ ਰਹਿਣਗੇ। ਉਹਨਾਂ ਦੇ ਅੰਦਰ ਵੀ ਥੋੜਾ ਜਿਹਾ ਜਜ਼ਬਾ ਹੈ ਕਿ ਸ਼ਾਇਦ ਬੰਦੇ को ਲੱਭ ਜਾਏ ਸਾਨੂੰ। यार नहीं है मेरे पास आमिर नजीर का कांटेक्ट मेरे भरा, लेकिन उन्होंने नहीं लगना। नहीं किया हुआ ਜੀ ਮੌਲਵੀ ਸਾਹਿਬ ਇਹ ਕੀੜਾ ਮੇਨ ਐਕਟਿਵਿਜ਼ਮ ਦਾ ਮੇਰੇ ਅੰਦਰ ਵੀ ਸੀ, ਤੁਹਾਨੂੰ ਯਾਦ ਹੈ ਨਾ ਸ਼ੁਰੂ ਵਿੱਚ, ਲੇਕਿਨ ਜਲਦੀ ਉਹਦੀ ਹਾਂ ਲੇਕਿਨ ਤੁਸੀਂ ਤੁਹਾਡਾ ਤੇ ਚਲੋ ਕੰਟਰੋਲ ਹੋ ਗਿਆ, ਲੇਕਿਨ ਉਹਨਾਂ ਦਾ ਇਹ ਕੰਟਰੋਲ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਮੈਂ ਪੁਰਾਣਾ ਜਾਣਦਾ ਵਾਂ ਟਵਿੱਟਰ ਤੋਂ। ਜੀ ਉਹਨਾਂ ਦਾ ਕੀੜਾ ਜਿਹੜਾ ਨਾ ਉਹ ਇਤਨੀ ਜਲਦੀ ਨਹੀਂ ਕੰਟਰੋਲ ਹੋਣਾ, ਲੇਕਿਨ ਉਹਨਾਂ ਨੂੰ ਗਾਲਾਂ ਬੜੀਆਂ ਪੈਣੀਆਂ ਨੇ। ਚੀਮਾ ਸਾਹਿਬ ਤੁਹਾਡੇ ਕੋਲ 2 ਫੋਨ ਨੇ ਕਿ 1 ਫੋਨ ਹੈ? ਜੀ ਮੇਰੇ ਕੋਲ ਦੂਸਰਾ ਵੀ ਇਹਨਾਂ ਕੋਲ इनसे ਮੈਂ ਤੁਹਾਨੂੰ ਵਾਇਸ ਮੈਸੇਜ ਭੇਜਣਾ, ਉਹ ਇੱਥੇ ਚਲਾ ਦਿਓ। सॉरी टू इंटरप्ट मलिक इमरान साहब को आमिर नज़ीर साहब को भेज दें प्लीज, जज़ाकल्लाह। अनाउंसमेंट करनी थी, आमिर नज़ीर साहब को भेज दें, मलिक इमरान साहब बहुत ज़रूरी काम है उन्हें। ਇੱਕ ਮੈਸੇਜ ਇੱਥੇ ਚਲਾਣਾ ਚੀਮਾ ਸਾਹਿਬ, ਅਗਰ ਚਲਾ ਸਕਦੇ ਹੋ ਤੇ। ਜੀ ਜੀ चला ਮੌਲਵੀ ਸਾਹਿਬ ਉਹੀ ਮੌਲਵੀ ਸਾਹਿਬ ਗੱਲ ਹੋ ਰਹੀ दियो ਕਿ ਕੋਈ ਸ਼ਰੀਫ ਬੰਦਾ, ਚਲੋ ਅਕਾਇਦ ਦਾ ਇਖਤਲਾਫ ਹੈ ਔਰ ਉਸ ਬੰਦੇ ਦਾ ਅਕੀਦਾ ਬੜਾ ਵਾਜ਼ਿਹ ਹੈ, ਲੇਕਿਨ ਅਗਰ ਕੋਈ ਇਨਸਾਫ ਨਾਲ ਕੰਮ ਲੈਂਦਾ ਹੈ, ਅਗਰ ਉਹ ਥੋੜੀ ਜੀ ਰੈਸ਼ਨਲ ਕੋਈ ਲੌਜੀਕਲ ਗੱਲ ਕਰਦਾ ਹੈ, ਕੋਈ ਸੈਂਸਿਬਲ ਗੁਫ਼ਤਗੂ ਕਰਦਾ ਹੈ, ਤੇ ਉਹ ਜੋਹਲਾ ਨੂੰ ਵਾਰਨ ਉਹ ਤੇ ਚੀਮਾ ਸਾਹਿਬ ਮੈਂ ਅੱਜ ਉਹਨਾਂ ਨੂੰ ਆਖਿਆ ਨਾ, ਮੈਂ ਕਿਹਾ ਯਾਰ ਉਂਝ ਦਾਵਾ ਕਰਦੇ ਨੇ 1.5 ਅਰਬ ਮੁਸਲਮਾਨਾਂ ਦੇ ਅਸੀਂ ਆਵਾਂ, ਜੀ ਲੇਕਿਨ ਐਟਲੀਸਟ 10-12 ਬੰਦੇ ਤੇ ਅਸੀਂ ਹੋਣੇ ਚਾਹੀਦੇ ਨੇ ਜਿਹੜੇ ਅਕਲੀ ਬਹਿਸ ਕਰਨ ਜਮਾਤੀਆਂ ਦੀਆਂ ਨਾਲ, ਉਹਦੇ ਚ ਲੌਜੀਕਲੀ ਆਪਣਾ ਪੁਆਇੰਟ ਆਫ ਵਿਊ ਦੇਣ, ਆਪਣਾ ਅਕੀਦਾ ਦੱਸਣ, ਰੈਸ਼ਨੈਲਿਟੀ ਹੋਵੇ, ਇੱਕ ਓਪਨ ਮਾਈਂਡ ਨਾਲ। ਲੇਕਿਨ ਉਹ ਇੱਕ ਬੰਦਾ ਵੀ ਨਹੀਂ ਲੱਭਦਾ ਪਿਆ ਅਫਜ਼ਲ ਬੜਾਈ ਸਾਹਿਬ ਨੂੰ। ਜੀ ਹਾਂ ਬਿਲਕੁਲ, ਇਹ ਵੀ ਤੇ ਇੱਕ ਬੜੀ ਕਹਿਤੋ ਰਿਜਾਲ ਹੋ ਗਿਆ। ਬਿਲਕੁਲ। ਔਰ ਉਹ मेरे है अमन का ਉਹ ਗੈਂਗ ਅਪ ਉਹਨਾਂ ਦੇ ਖਿਲਾਫ ਇੱਕ ਮਾਹੌਲ ਬਣਾ ਕੇ ਬ੍ਰੇਨ ਵਾਸ਼ ਕਰਕੇ, ਤੇ ਇੱਕ ਉਹ ਚਾਪਲੂਸੀ ਦਾ ਮਾਹੌਲ ਹੈ, ਉਹ ਬੰਦਾ ਨਹੀਂ ਚਾਪਲੂਸੀ ਕਰਵਾਉਂਦਾ। अमन का ਉਹ ਰਾਤੀ ਮੈਂ ਨਾ ਇੱਕ ਗੱਲ ਕੀਤੀ ਅਫਜ਼ਲ ਬੜਾਈ ਸਾਹਿਬ ਨੂੰ, ਕਿਉਂਕਿ ਉਹਨਾਂ ਬਲਾਸਫੇਮੀ ਉੱਤੇ ਨਾ ਪ੍ਰੋਗਰਾਮ ਕੀਤੇ ਅਸੀਂ। 1 ਮਿੰਟ ਯਾਰ होल्ड करो, होल्ड जी होल्ड, ओ होल्ड करो भाई। ਜੀ ਅਸਲਾਮ ਜੱਟ ਸਾਹਿਬ ਵੀ ਆ ਗਏ ਨੇ, ਤੇ ਯਾਰਾਂ ਬਾਈ ਸਾਹਿਬ ਵੀ ਪੈਸੇ ਸਲਾਮ ਚੀਮਾ ਸਾਹਿਬ, ਸਾਰੇ ਭਰਾਵਾਂ ਦਾ ਕੀ ਹਾਲ ਹੈ? ਵਰਨਾ ਟੂਟੂ ਸਾਹਿਬ ਅੱਲਾਹ ਦਾ ਸ਼ੁਕਰ। ठीक हाल है ਉਹ ਪੈਨਲ ਮੁਕੰਮਲ ਹੋ ਗਿਆ ਹੈ ਜੱਟ ਸਾਹਿਬ। ਓਏ ਮਰਦਈਓ ਵੱਡਾ ਕਰਾਉਣਾ। ਜੀ अस्सलाम वालेकुम ਜੱਟ ਸਾਹਿਬ ਵੀ ਤੇ ਬਾਕੀ ਆ ਗਏ ਨੇ। ਬੜੇ ਉਹ ਕੀ ਆਂਦੇ ਨੇ, ਕਿਹੜੀ ਚਲਦੀ ਸੀ ਯਾਰ ਟ੍ਰੇਨ, ਜਿਹੜੀ ਸੁਪਰ ਐਕਸਪ੍ਰੈਸ ਜੀ ਆ ਗਏ ਨੇ 1122 ਯਾਰ ਮੈਂ ਨਾ ਇਹ ਪੋਸਟਰ ਜਿਹੜਾ ਨਾ ਉਹ ਕਹ ਲੋ ਕਿ ਚੇਂਜ ਕਰਵਾਉਣਾ ਚਾਹਨਾ ਵਾਂ, ਠੀਕ ਹੈ, ਕਿ ਇਹਦੇ ਥੱਲੇ ਜਿਹੜਾ ਨਾ लिखना चाहिए कि जो उम्महातुल मोमिनीन को इस दायरा इस्लाम से खारिज करके अहमदियों के हिस्से में डाल रहे हैं, या इनका कोई कह लो डायलॉग बना के ना कोई बंदा ला सकता है। ਚਲੋ ਬਣਾਓ ਡਾਇਲੌਗ, ਚੇਂਜ ਕਰ ਚੀਮਾ ਸਾਹਿਬ ਨੂੰ ਸਟੋਰੀ ਦੱਸ ਦਿਓ। ਚੇਂਜ ਕਰ ਦਿੰਦੇ, ਮੈਨੂੰ ਘੱਲੋ ਚੇਂਜ ਕਰ ਦਿੰਦੇ ਆ। ਚੀਮਾ ਸਾਹਿਬ ਤੁਹਾਨੂੰ ਜਿਹੜਾ ਉਹ ਘੱਲਿਆ ਨਾ, ਉਹ ਤੁਸੀਂ ਸੁਣਾ ਦਿਓ ਇੱਥੇ।
ਸਿਖਾ ਦਿਓ ਕੀ ਆਵਾਜ਼ ਚ ਅੱਛਾ ਸੁਣਾਓ। ਉਹ ਕੀ ਬਣਿਆ ਹੈ ਅਲੀ ਅਕਬਰ ਸਾਹਿਬ ਵਾਲੀ ਉਹ ਜਿਹੜਾ ਅੱਜ ਫਤਵੇ ਹਾਂਜੀ ਕਰ ਮੈਸੇਜ ਭੇਜਿਆ ਅਮਨ ਨਜ਼ੀਰ ਸਾਹਿਬ ਨੇ ਅਟੈਂਡ ਨਹੀਂ ਕੀਤਾ ਤੇ ਉਹ ਚੀਮਾ ਸਾਹਿਬ ਨੂੰ ਭੇਜਿਆ ਜਿਹੜਾ ਵਾਇਸ ਮੈਸੇਜ ਮੈਂ ਕੀਤਾ ਉਹਨਾਂ ਲਓ ਨੇ। ਜੀ ਮੈਂ ਪਲੇ ਕਰਨ ਲੱਗਾ, ਛੋਟਾ ਜਿਹਾ ਮੈਸੇਜ ਹੈ 24 ਸੈਕਿੰਡ। ਜੀ ਵੱਡੀ ਸਕਰੀਨ ਤੇ ਕਰ ਦਿਓ ਜੀ ਆਪਣੇ ਨੂੰ। जी अस्सलाम वालेकुम रहमतुल्लाह मंदिर साहब, क्या हाल है? ठीक ठाक। उपनाई साहब की ब्राड़ लगी है, वो आपको याद कर रहे थे तो मैंने कहा आपको फोन पे इतला दे दूं, अभी तो जुमे का टाइम नहीं हुआ, अगर आप फारिग हैं तो आ जाइए उपनाई साहब की ब्राड़ पे, तो कोई बात करनी है उन्होंने जरूरी, तो चलो मैंने कहा मैं आपको इतला दे दूं। जी 112 सर। जी ठीक है। मैं नहीं आऊंगा, मैं नहीं आऊंगा, अफजल मैं साहब नहीं आऊंगा, मैं नहीं आऊंगा। मैं नहीं आऊंगा। पक्का जवाब। ठीक है उपनाई भाई, हुण मसला हल हो गया ना। ਨਹੀਂ ਬੜੀ ਅੱਛੀ ਗੱਲ ਹੈ। ਮੈਂ ਚੰਗਾ ਕੀਤਾ ਜੇ ਮੈਂ ਮੇਰੀ ਕਾਲ ਪਹੁੰਚਾਈ ਜੇ, ਨਹੀਂ ਤੇ ਮੈਂ ਤੇ ਕਾਲ ਪਹੁੰਚਾੜਨ ਲੱਗਾ ਸੀ। ਜੀ ਜੀ ਜਜ਼ਾਕੱਲਾ ਬਹੁਤ ਬਹੁਤ ਅਠਵਾਲ ਸਾਹਿਬ 102 ਸਾਹਿਬ ਤੁਸੀਂ ਵੀ ਇੱਕ ਵਾਰੀ ਕਾਲ ਕਰਕੇ ਹੁਜਤ ਪੂਰੀ ਕਰ ਦਿਓ। ਕਰਦੇ ਆ ਡਾਇਰੈਕਟ ਕਾਲ ਆਮਰ ਨਜ਼ੀਰ ਨੂੰ, ਮਤਲਬ ਮੇਰੀ ਚੁੱਕੇਗਾ। करो ਇਸ ਟਾਈਮ ਤਾਂ ਉਂਝ ਹੀ ਜੁਮੇ ਦਾ ਟਾਈਮ ਹੈ ਤੇ ਮੇਰਾ ਨਹੀਂ ਖਿਆਲ ਚੁੱਕਣਾ। ਅੱਛਾ ਉਹ ਯਾਰ ਕਿੱਥੇ ਜੁਮੇ ਦਾ ਟਾਈਮ ਹੋ ਗਿਆ, ਜੇ 12 ਵਜੇ ਨੇ। चलो शर्ट लाने ने ਲਓ ਜੀ करो चुके ਗਾਲਾਂ ਹੀ ਨਾ ਕੱਢਣ ਲੱਗ ਪਏ ਮੈਨੂੰ। ਜੀ ਸਲਾਮ ਅਲੈਕੁਮ ਅਮਰ ਸਾਹਿਬ। वालेकुम सलाम जी। ਅਮਰ ਸਾਹਿਬ ਤੁਸੀਂ ਕਹ ਲਓ ਕਿ ਤੁਹਾਨੂੰ ਡੀਕ ਰਹੇ ਨੇ ਓਪਨ ਆਈ ਸਾਹਿਬ, ਉਹ ਕਹਿ ਰਹੇ ਨੇ ਅੱਜ ਮੈਂ ਕਮਰਾ ਖੋਲਿਆ ਅਮਨ ਨਜ਼ੀਰ ਸਾਹਿਬ ਵਾਸਤੇ। ਅਮਨ ਨਜ਼ੀਰ ਸਾਹਿਬ ਕੋ ਜਿਹੜੀ ਕੱਲ ਵਾਲੀ ਗੱਲ ਹੋਈ ਉਹਦੇ ਤੇ ਮੈਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ। ਓਪਨ ਆਈ ਲੰਬੜਦਾਰ ਹੈ, ਲੋਕਾਂ ਨੂੰ ਘਰ ਬੁਲਾ ਕੇ ਗੱਲ ਕਰਨਾ ਚਾਹੁੰਦਾ ਹੈ। ਆਂਦਾ ਮੈਂ ਵੀ ਆਉਣ ਨੂੰ ਤਿਆਰ ਹਾਂ, ਲੇਕਿਨ ਮੈਨੂੰ ਡਰ ਹੈ ਕਿ ਮੈਨੂੰ ਉਥੋਂ ਜਦੋਂ ਗਾਲਾਂ ਪੈਂਦੀਆਂ ਨੇ ਆਪਣਿਆਂ ਨੂੰ ਵੀ ਤੇ ਮੈਨੂੰ ਉਸ ਚੀਜ਼ ਦਾ ਡਰ ਹੈ। ਆਣਾ ਜਿਸੇ ਉਹ ਤੋਂ ਆਪਣਿਆਂ ਨੂੰ ਗਾਲਾਂ ਪੈਣਗੀਆਂ ਤੇ ਆ ਘਰ ਆਵੇਂਗਾ ਤੇ ਘਰੋਂ ਆਪਣੇ ਵੀ ਗਾਲਾਂ ਕੱਢਣਗੇ। ਆਹੋ ਤੇ ਇਸੇ ਚੀਜ਼ ਤੋਂ ਡਰਦਾ ਤੇ ਉਹਨਾਂ ਘਰ ਹੀ ਆ ਕੇ ਕੱਢ ਲੂ ਕਰਨੀ ਹੈ। ਠੀਕ ਹੋ ਜਾਏਗਾ ਨਾ। ਆਹ ਤੇ ਮੈਂ ਆ ਹੁਣ ਮਸਰੂਫ ਹਾਂ ਅੱਛਾ ਤੇ ਉਹਨੂੰ ਕਹੋ ਜਿਸ ਸੇ ਮੈਂ ਪਿਛਲੇ ਟਾਈਮ ਬਰਾੜ ਤੇ ਆਣਾ ਤੇ ਉੱਥੇ ਆ ਜੇ, ਕੋਈ ਗੱਲਾਂ ਗੱਲ ਨਹੀਂ। ਚਲੋ ਕੋਸ਼ਿਸ਼ ਕਰਿਓ ਜੇ ਤੇ ਹੋ ਸਕੇ ਤੇ ਉਹਦੀ ਬਰਾੜ ਤੇ ਆ ਜਿਓ, ਤੇ ਫੇਰ ਤੁਹਾਡੀ ਬਰਾੜ ਤੇ ਚਲੋ ਲੱਗ ਹੀ ਜਾਣੀ ਹੈ, ਉੱਥੇ ਤੁਰ ਜਾਣਾ ਤੁਹਾਂ ਵੀ। ਤੇ ਕੋਸ਼ਿਸ਼ ਕਰਿਓ ਅਗਰ ਜਦੋਂ ਫ੍ਰੀ ਹੋਵੋ ਤੇ ਉੱਥੇ ਆਇਓ ਓਪਨ ਆਈ ਸਾਹਿਬ ਕੋ, ਅਸੀਂ ਤੇ ਹੁਜਤ ਤਮਾਮ ਕਰ ਦਈਏ। ਮੈਨੂੰ ਨਾ ਆਖਿਆ ਨੰਬਰ ਹੈ ਤੇ ਫੋਨ ਕਰਕੇ ਉਹਨਾਂ ਨੂੰ ਇਤਲਾਹ ਦਿਓ। ਤੇ ਨਹੀਂ ਉਹ ਕੋਈ ਨਹੀਂ, ਗੱਲ ਲੱਗਿਆ ਅਠਵਾਲ ਸਾਹਿਬ ਦਾ ਵੀ ਆਇਆ ਸੀ, ਉਹਨਾਂ ਨੂੰ ਮੈਂ ਹੁਣੀ ਜਵਾਬ ਦਿੱਤਾ ਹੈ। ਮੈਂ ਠੀਕ ਕਿਹਾ ਮੈਂ ਫਾਰਗ ਨਹੀਂ ਠੀਕ ਤੇ ਪਿਛਲੇ ਟਾਈਮ ਵਿਹਲਾ ਹੁੰਦੇ ਆ ਤੇ ਚਲੋ। ਬਰਾੜ ਤੇ ਆਉਣਾ, ਉੱਥੇ ਆ ਜਾਓ। ਚਲੋ ਠੀਕ 2 ਮਿੰਟ ਦੀ ਗੱਲ ਹੈ, 2 ਮਿੰਟ ਦੀ ਗੱਲ ਹੈ ਜਿੰਨੀ ਤੁਸੀਂ ਇੱਥੇ ਕੀਤੀ ਹੈ। ਲੋ ਜੀ ਠੀਕ ਹੈ ਜੀ, ਮੈਂ ਤੇ ਆਪਣੀ ਹੁਜਤ ਤਮਾਮ ਕਰ ਛੜੀ ਜੇ, ਤੇ ਮੈਂ ਉਹਨਾਂ ਨੂੰ ਪੈਗਾਮ ਤੁਹਾਡਾ ਦੇ ਛੜਿਆ ਕਿ ਆ ਜਾਓ, ਤੇ ਮਾਹੌਲ ਫੱਬ ਗਿਆ ਤੇ ਮਾਹੌਲ आप लोग ऐसे आसानी से नंबर शेयर कर देते हो अपना, अजीब है यार, मैं हैरान हूँ वैसे। ਯਾਰ ਮੈਨੂੰ ਖੁਦਾ ਦੀ ਕਸਮ ਖਾ ਕਹਿਣਾ, ਸੱਚੀ ਗੱਲ ਦੱਸਾਂ ਜਨਾ, ਭਾਵੇਂ ਜਿਹਨੂੰ ਕੋੜੀ ਲੱਗਦੀ ਹੈ ਲੱਗੇ, ਮੈਨੂੰ ਅੱਜ ਤੱਕ ਬਗਾਨਿਆਂ ਕੋਲੋਂ ਮਾਸਾ ਡਰ ਮਹਿਸੂਸ ਨਹੀਂ ਹੋਇਆ ਆਪਣਾ, ਨਾ ਆਪਣੀ ਸ਼ਨਾਖਤ ਦਾ ਨਾ ਆਪਣੀ, ਮੈਨੂੰ ਜਿੰਨਾ ਆਪਣਿਆਂ ਕੋ ਹੋਇਆ। ਤੇ ਜਿੰਨਾ ਨੁਕਸਾਨ ਮੈਨੂੰ ਆਪਣਿਆਂ ਨੇ ਦਿੱਤਾ ਹੈ ਨਾ, ਬਗਾਨੇ ਚੋਂ ਕਿਸੇ ਬੰਦੇ ਨੇ ਬੜਾ ਨਹੀਂ। ਡਰਦਾ ਜੇ ਇਸੇ ਲਈ ਆਪਣਿਆਂ ਤੋਂ ਪਰਹੇਜ਼ ਕਰੋ। ਤੁਹਾਨੂੰ ਵੀ ਮੈਂ ਦੱਸਾਂਗਾ, ਬਗਾਨਿਆਂ ਨਾਲ ਭਾਵੇਂ ਨੰਬਰ ਸ਼ੇਅਰ ਕਰ ਲਓ, ਤੁਹਾਡਾ ਕੋਈ ਵੀ ਕੁਛ ਨਹੀਂ ਜੇ ਵਿਗਾੜ ਸਕਦਾ। ਵਾਕਈ ਤੂੰ ਡਰਨਾ ਬਹੁਤ, ਮੇਰੇ ਤੋਂ ਬਹੁਤ ਡਰਨਾ। ਆਪਣੇ ਤੁਹਾਡੇ ਜਿਹੜੇ ਜਨਾ ਉਹ ਤੁਹਾਡੀ ਐਸਾ ਛੁਰਾ ਫਿਰਨਗੇ ਤੁਹਾਨੂੰ ਪਿੱਠ ਪਿੱਛੇ बड़ा सही ਕਿ कह ਤੁਹਾਨੂੰ रहे हो, सही कह रहे हो। ਹਾਂ बिल्कुल सही। ਬਗਾਨੇ ਨੇ ਜੇ ਤੁਹਾਨੂੰ ਕੁਝ ਵੀ ਕਹਿੰਦੇ ਨਾ, ਕੁਛ ਨਹੀਂ ਬਗਾਨਿਆਂ 'ਚ ਕਹਿੰਦੇ। ਇੰਨੀ ਉਹ ਤਾਕਤ ਜੇ ਤੇ ਨਾ ਹੀ ਤੁਹਾਡੇ ਤਾਕਤ ਹੀ ਬਗਾਨੇ ਕੋਈ ਕੁਝ ਕਰ ਸਕਦੇ ਜੇ, बिल्कुल, ਤੁਹਾਨੂੰ ਆਪਣਿਆਂ ਨੇ ਕਰਨਾ ਜੀ, ਜੋ बिल्कुल। ਕਰਨਾ ਹੈ। वो ठीक ने सारे, सारा प्रॉब्लम ਹਾਂ, उधर ਸੱਚੀ ही। ਗੱਲ ਜੀ। एक शहर दे ਫਿਲਹਾਲ लेने, ਨਾਲ सारा ਨਾ मसला उधर ही है। ਆ ਹੁਣ ਚੀਮਾ ਸਾਹਿਬ ਨੇ ਮੈਨੂੰ ਆਪਣਿਆਂ ਨਾਲੋਂ ਜ਼ਿਆਦਾ ਚੀਮਾ ਸਾਹਿਬ ਤੇ ਯਕੀਨ ਜੀ। ਚੀਮਾ ਸਾਹਿਬ ਬੇਸ਼ੱਕ ਅਹਿਮਦੀ ਨਹੀਂ ਨੇ, ਲੇਕਿਨ ਮੈਨੂੰ ਚੀਮਾ ਸਾਹਿਬ ਤੇ ਯਕੀਨ ਜੀ। चीमा साहब अफजल साहब है ना, ये अफजल साहब है ना? ਹਾਂ ਅਫਜ਼ਲ ਸਾਹਿਬ ਹੋ ਗਏ, ਆ ਬਲਾਲ ਹਨੀਫ ਸੀ, ਬਲਾਲ ਹਨੀਫ ਤੇ ਵੀ ਮੈਨੂੰ ਹੁਣ ਜੇ ਕਹ ਲੋ ਕਿ ਬੇਸ਼ੱਕ ਚੀਮਾ ਸਾਹਿਬ, ਅਫਜ਼ਲ ਸਾਹਿਬ ਲੇਕਿਨ ਇਹ दोनों ਕਿ एक ਥੋੜਾ ये अफजल साहब की आईडी नहीं है? ਕੀ ਕਹਿ ਜੇ चीमा साहब की अफजल साहब की आईडी नहीं है? ਉਹ ਨਹੀਂ ਆ ਚੀਮਾ ਸਾਹਿਬ ਸਾਡੇ ਹੋਰ ਨੇ। 11 ਭਾਈ ਤੈਨੂੰ ਆਪਣਿਆਂ ਤੇ ਵੀ ਇਤਬਾਰ ਕਰਨਾ ਪੈਣਾ, ਤੂੰ ਫੇਰ ਪਛਤਾਣਾ ਕਿ ਆਪਣਿਆਂ ਤੇ ਇਤਬਾਰ ਨਹੀਂ ਕੀਤਾ। ਉਹ ਸਰ ਆਪਣਿਆਂ ਤੇ ਕੀਤਾ ਹੈ, ਮੈਂ ਹਰ ਇੱਕ ਤੇ बिल्कुल एतबार ना करो, बिल्कुल एतबार ना करो। ਇਹਨੂੰ ਅਸੀਂ ਕਰਾ ਲਾਂਗੇ ਜੇ ਨਾ ਵੀ ਕਰੇਗਾ ਤੇ। ना 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 ਹੁਣ ਆਪਣਿਆਂ ਤੇ ਮੁੱਕ ਗਿਆ। ਯਾਰ ਅਲੀ ਅਕਬਰ ਸਾਹਿਬ, ਚੀਮਾ ਸਾਹਿਬ ਦੇ ਸਾਹਮਣੇ ਉਹ ਕੇਸ ਪੇਸ਼ ਕਰੋ ਨਾ, ਇਹ ਕੀ ਕਹਿੰਦੇ ਨੇ, ਇਹ ਵੀ ਹਮਾਰੇ ਮੁਸਲਮਾਨ ਭਾਈ हैं, तो
तो नहीं, इनसे चीमा साहब पूछें ये क्या चीमा कहते हैं साहब इसके शरीफ आदमी है, चीमा साहब शरीफ बारे आदमी यार है। शरीफ आदमी ही है इसलिए कह रहा हूँ मेरी उनके गल सामने सुनो, बयान कर अगर दो प्लीज। आ ਗਿਆ ਨਾ ਅਮਨ ਨਜ਼ੀਰ ਤੇ ਤੁਹਾਡੀ ਮਿਹਰਬਾਨੀ ਹੈ ਅਲੀ ਅਕਬਰ ਨੂੰ ਹੀ ਗੱਲ ਕਰਨ ਦਿਓ, ਉਹਨੂੰ ਆਖਿਓ ਕਿ ਮੈਂ ਆਪਣੇ ਤੋਂ ਜਿਹੜਾ ਨਾ ਮੁੱਦਾ ਲਵਾ ਲੈ, ਠੀਕ ਹੈ, ਤੇ ਬਸ ਉਸ ਤੋਂ ਇਲਾਵਾ ਕੋਈ ਗੱਲ ਨਾ ਕਰਿਓ, ਕੋਈ ਬਹਿਸ ਨਾ ਛੇੜਿਓ। और यार मैं बहस नहीं करना चाह रहा, 2 मिनट की इसलिए मैंने कहा था कि जितनी देर वो आपसे बात कर रहे हैं इतनी देर इधर आ जाते तो मामला ही खत्म हो जाना था। यार ठीक है, ਤੁਸੀਂ हमने ਇਹ कोई ਗੱਲ डिबेट ਤੇ थोड़ी करनी। ਤੁਸੀਂ ਇਹ ਗੱਲ ਤੇ ਗੌਰ ਨਹੀਂ ਕੀਤਾ, ਉਹਨੇ ਫੋਨ ਦੇ ਉੱਤੇ 2 ਲਫ਼ਜ਼ ਤੁਸੀਂ ਗੌਰ, ਤੁਸੀਂ ਬੜੇ ਸਾਰੇ ਫੁੱਦੂ ਬੰਦੇ ਹੋ ਨਾ, ਉਹਨੇ ਵੇਖੋ ਕੀ ਕਿਹਾ ਯਾਰ, ਇੱਕ ਮਿਊਟ ਲਾਣਾ ਜ਼ਰਾ, ਉਹਨੇ ਲਫ਼ਜ਼ ਬੋਲਿਆ ਉਠਵਾਲ ਸਾਹਿਬ ਔਰ ਅੱਗੋਂ ਇਹ ਜਨਾਬ ਦੁੱਕੇ ਜਿਹੜੇ 1111 ਕਿ ਤੁਹਾਨੂੰ ਫੋਨ ਕੀਤਾ, ਤੁਸੀਂ ਆ ਜਾਓ, ਤੁਸੀਂ ਇਹ ਦੁਕੀਆਂ ਨੇ ਦੋਵੇਂ ਆਮਨ ਨਜ਼ੀਰ ਦੀਆਂ, 1122 ਤੇ ਉਠਵਾਲ ਸਾਹਿਬ ਕੋਲੋਂ ਬਚੋ, ਇਹ ਜ਼ਿਆਦਾ ਡੇਂਜਰਸ ਬੰਦੇ ਜੇ। ਲਓ ਜੀ, ਅਸੀਂ ਤੇ ਆਪਣੇ ਓਪਨ ਆਈ ਇਹਨਾਂ ਦੀ ਮੈਚ ਗੱਲ ਕੀਤੀ ਹੈ, ਸਾਨੂੰ ਹੀ ਰਗੜਤਾ ਨੇ। ਅਸੀਂ ਮੈਸੇਜ ਵੀ ਸੁਣਾਇਆ ਵੀ ਕਿਹੜਾ ਭਰ ਕੇ ਆਏ नहीं नहीं यार ਸਾਡੇ ਤੇ ਦਲਾਲੀ ਦਾ ਫਤਵਾ ਵੀ ਲੱਗ ਜਾਣਾ, ਫਤਵਾ ਲੱਗ ਜਾਣਾ, ਇਹਨੇ ਮੋਢੇ ਤੇ ਚਾਦਰ ਰੱਖੀ ਹੈ। ਨੰਬਰ ਮੇਰੇ ਕੋਲ ਵੀ ਹੈ ਜੇ। अली अकबर साहेब आमिर नज़ीर साहब का नंबर हासिल करना कोई बड़ी बात नहीं है, मैंने भी मिल जाना है, बड़े लोग ने देने वाले, लेकिन वो मसला कोई नहीं ਮੇਰੇ है। ਕੋਲ ਲੈ ਲਓ, ਮੈਂ ਥੱਲੇ ਲਿਖ ਦਿੰਦਾ ਵਾਂ। ਨਹੀਂ ਉਹ ਉਹਨਾਂ ਦਾ ਪਬਲਿਕ ਹੈ, ਉਹਨਾਂ ਦੀ ਡਿਬੇਟਾਂ ਹੁੰਦੀਆਂ ਸੀ, ਮੈਨੂੰ ਸਾਰਾ ਪਤਾ ਹੈ ਯਾਰ, ਪੁਰਾਣੇ ਵਕਤਾਂ ਦੀ ਗੱਲਾਂ ਹੈ, ਛੱਡੋ ਪਰੇ। ਹੋਣਾ ਮੇਰੇ ਕੋਲ ਵੀ ਕਿੱਥੇ, ਮੈਂ ਕੋਈ ਸੇਵ ਨਹੀਂ ਕੀਤਾ, ਲੇਕਿਨ ਠੀਕ ਹੈ ਨਾ। ਲੇਕਿਨ ਗੱਲ ਇਹ ਹੈ ਕਿ ਚੀਮਾ ਸਾਹਿਬ ਨੂੰ ਜਿਹੜਾ ਕੇਸ ਅਸੀਂ ਸਾਡਾ ਯਾਰ ਇਹ ਜਿਹੜਾ साइड से आके लोग ऐड कर रहे हैं ना बिला वजह मियाँ, वो ना हटाओ। अली अकबर साहब वो केस दोबारा करो, मैं दोबारा चाहना कि रिकॉर्ड भी करा ਤੁਹਾਡਾ ਬਿਆਨ ਤੇ ਚੀਮਾ ਸਾਹਿਬ ਦਾ ओपिनियन ले ਲਈ ਉਹਦੇ ਤੇ ਕੀ और कहना है, चीमा साहब unbiased। यार चीमा साहब हमारे दोस्त हैं, चीमा साहब और के यार साथ- उनको मैं ਓਪਨ ਆਈ यार मैं उनको कुछ कह रहा हूँ ਇਹਨਾਂ ਕੇਸਾਂ ਤੋਂ ਤੇ ਮੈਂ ਭੱਜੇ ਆ ਤੁਹਾਨੂੰ। हेलो ਨਾ ਜਵਾਬ ਦੇਣਾ, ਤੁਸੀਂ ਕਹਿਣਾ ਸਵਾਲ ਪਾਸ ਕਰ ਦਿਓ, ਮਤਲਬ ਤੁਸੀਂ ਪਾਸ ਕਰ ਸਕਦੇ ਹੋ, ਅਸੀਂ ਇਹ ਨਹੀਂ ਕਹਿ ਰਹੇ ਤੁਸੀਂ ਜ਼ਰੂਰ ਜਵਾਬ ਦੇਣਾ ਹੈ, ਲੇਕਿन यार अली अकबर साहब जरा ना मैं 5 सुबह तो थक गया, तुसी आप ही को 2 घंटे हो गए एक मौजू के ऊपर। चीमा साहब अपने दोस्त, मैं इन्होंने फोन पे कर लांगा, चीमा साहब इन मसलों में नहीं पढ़ते ना, आपको राय देंगे, मुझे पता है यार ना। अच्छा ना करें आप, एक दफा दोबारा से वो जो बात है ना, हमारी ऑडियंस 25 लोग हो गए हैं, इनमें को सुना दें कि क्या मामला है जिसके बारे में हम अभी आमिर नज़ीर साहब को बुलाकर बात करना चाह रहे थे। यार ये ओपन आई भाई जो है ना, ये बात करना चाह रहे थे, सीधी बात है, मैं कोई बात नहीं करना चाह रहा इलामा आमिर नज़ीर से। ओपन आई भाई साहब ने यहाँ पे एक बात की, वो मैंने हालांकि उस टांग में की भी नहीं थी, इन्होंने वहां से पॉइंट लिया है। पॉइंट ये है कि भाई जी मियाँ साहब निकाल के हवाला दिया था 1122 की ब्रॉड के ऊपर, चीमा साहिब, और वो हवाला उन्होंने दिया था मोहम्मदी बेगम के उस जो उन्होंने मुद्दा उठाया था उसके डिफेंड के अंदर। तो मैंने वहाँ पे इतराज़ किया था, मैंने कहा था मियाँ साहब ये जो आप हवाला दे रहे हैं ना, ये उस मोहम्मदी बेगम वाले मामले से रिलेट नहीं करता। तो यहाँ पर ओपन आई साहब ने पॉइंट ये लिया है कि आमन नज़ीर जो कहते हैं कि अली अकबर शातम रसूल है, अगर ये शातम है गुस्ताख है हदीसों, तो इसने वहाँ पर बैठ करके उस मियाँ साहब की बात को बजाय ऑन करने के क्यों उसको वापसी उन पर एतराज़ किया। अगर ये वाकई गुस्ताख था, शातिम था, तो ये कहते कि हाँ जी मियाँ साहब अली अकबर साहब के हक में वो था, मियाँ क्योंकि साहब की इन्होंने- बात भी बता दें क्या थी, मियाँ साहब की वो बात क्या थी ये भी बता दें, कौन सी हदीस क्या थी। नहीं वो रहने एक देना, सेकंड। वो बात उसके सामने, अब इन लोगों को उसके ताल्लुक नहीं है। एक बात थी, वो 2 मामले थे, वो जवेरिया बेगम वाला और मोहम्मदी बेगम वाला मामला था। जवेरिया उम्मुल मोमिनीन है। ठीक है, हाँ जी, तो अली अकबर साहब इस मामले में तो ठीक है। अली अकबर ने तो अपनी देखे ना, जो इनकी अंडरस्टैंडिंग थी, जो इनको लगा है ठीक, इन्होंने ये नहीं देखा कि मियाँ साहब इनकी पार्टी है ये नहीं है, इन्होंने जो इनको समझ आई है इन्होंने उसके मुताबिक ही कहा है कि ये जो इनकी बेसिकली अंडरस्टैंडिंग ही बयान की है इन्होंने। जी तो यही ओपन आई भाई बताना चाह रहे हैं कि ਤੁਸੀਂ ਉਹਨੂੰ ਸ਼ਾਤਮ ਕਹਿ ਛੱਡਦੇ ਹੋ। ਅਗਰ ਉਹ ਸ਼ਾਤਮ ਹੁੰਦਾ ਤਾਂ ਇੱਥੇ ਮੌਕਾ ਸੀ ਉਹਦੇ ਕੋਲ ਫੜਨ ਦਾ, ਜਿਵੇਂ ਸਾਰੇ ਕਹਿ ਰਹੇ ਸੀ ਮੀਆਂ ਸਾਹਿਬ ਜ਼ਬਰਦਸਤ, ਮੀਆਂ ਸਾਹਿਬ ਇਹ ਵੀ ਕਹਿ ਦਿੰਦਾ ਮੀਆਂ ਸਾਹਿਬ ਜ਼ਬਰਦਸਤ। ਇਹਨੇ ਉੱਥੇ ਡੱਕ ਲਿਆ, ਮੀਆਂ ਕੇ ਸਾਨੂੰ ਅੱਗੇ ਸਵਾਲ ਕਰਤਾ ਕਿ ਨਹੀਂ ਇਹ ਮਾਮਲਾ ਉੱਥੇ ਰਿਲੇਟ ਨਹੀਂ ਕਰਦਾ ਮੁਹੰਮਦੀ ਬੇਗਮ ਨਾਲ। ਜੀ ਸਾਹਿਬ ਸਾਨੂੰ ਪਤਾ ਹੈ ਤੋਂ ਮੀਆਂ ਸਾਹਿਬ ਦੀ ਗੱਲ ਨੂੰ ਰੱਦ ਕਰਨਾ ਹੀ ਕਰਨਾ, ਅੱਲਾਹ ਖੈਰ ਕਰੇ। ਮੈਂ ਤਾਂ ਸਮਝ ਜੱਟ ਸਾਹਿਬ ਸ਼ੋਰ ਹੀ ਵਰ ਕੀ ਕਿਹਾ ਮੀਆਂ ਸਾਹਿਬ ਨੇ, ਇਰਫਾਨ ਜੱਟ ਸਾਹਿਬ ਨੇ ਕੀ ਕਿਹਾ। ਸਰ ਮੈਂ ਗੱਲ ਕਰਨਾ ਚਾਹਨਾ ਇਸੇ ਮੌਜੂ ਦੇ ਮੁਤਾਬਕ ਕਿ ਅਲੀ ਅਕਬਰ ਸਾਹਿਬ ਜਿਹੜਾ ਤੁਸੀਂ ਇਹ ਅਮਲ ਕੀਤਾ ਹੈ, ਠੀਕ ਹੈ, ਇਖਤਲਾਫੇ ਰਾਏ ਰੱਖੀ ਹੈ ਤੁਸੀਂ ਮੀਆਂ ਸਾਹਿਬ ਦੇ ਨਾਲ, ਕਿਆ ਤੁਸੀਂ ਇਜਾਜ਼ਤ ਦਿੰਦੇ ਹੋ ਬਾਕੀ ਅਹਿਮਦੀ ਮੁਸਲਮਾਨਾਂ ਨੂੰ ਕਿ ਉਹ ਤੁਹਾਡੇ ਨਾਲ ਜਾਂ ਤੁਹਾਡੇ ਤਰਜ਼ੇ ਅਮਲ ਨਾਲ ਜਾਂ ਤੁਹਾਡਾ ਕੋਈ ਗੱਲ ਕਰਨ ਦੇ ਨਾਲ ਜਾਂ ਕੋਈ ਵੀ ਹਵਾਲਾ ਤੁਸੀਂ ਪੇਸ਼ ਕਰੋ ਉਹਦੇ ਨਾਲ ਇਸੇ ਤਰ੍ਹਾਂ ਉਹ ਇਖਤਲਾਫ ਰੱਖ ਕੇ ਤੁਹਾਡੀ ਗੱਲ ਤੋਂ ਇਖਤਲਾਫ ਕਰ ਸਕਣ? ਇੱਕ
ਬਿਲਕੁਲ ਸਰ, ਮੈਂ ਤੇ ਕਦੀ ਨਾ ਹੀ ਨਹੀਂ ਕੀਤੀ। ਜਿਹੜਾ ਮਰਜ਼ੀ ਬੰਦਾ ਇਖਤਲਾਫ ਕਰੇ ਆ ਕੇ, ਬਿਲਕੁਲ ਮੈਂ ਤੇ ਸਾਹਮਣੇ ਆ ਕੇ ਕਰੇ, ਮੇਰੇ ਬਹਿ ਕੇ ਕਰੇ, ਜਿੱਥੇ ਮੈਂ ਵੀ ਸਾਹਮਣੇ ਹੀ ਕਰਦਾ ਨਾ। ਅਕਬਰ ਤੇ ਚਲਾ ਕੇ ਨਾ ਪਾਕਿਸਤਾਨ ਦਾ ਵੱਡੀ ਸਕਰੀਨ ਤੇ ਹਾਂਜੀ, ਮੈਂ ਤੇ ਕਹਿੰਦਾ ਮੇਰੇ ਸਾਹਮਣੇ ਪਿੱਛੋਂ ਕੰਡੀ ਨਹੀਂ, ਮੂੰਹ ਦੇ ਉੱਤੇ ਬਹਿ ਕੇ ਆਖੋ ਭਾਜੀ ਇਸ ਗੱਲ ਨਾਲ ਤੇਰੇ ਇਖਤਲਾਫ ਹੈ। ਜੀ ਨੁਮਾਇੰਦਾ ਸਾਹਿਬ ਆ ਗਏ ਨੇ, ਅਮਰ ਨਜ਼ੀਰ ਸਾਹਿਬ ਦੇ, ਸ਼ਾਇਦ ਉਹਨਾਂ ਨੂੰ ਪਤਾ ਹੋਏ ਮਸਲੇ ਦਾ। ਮੈਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ, ਮੈਂ ਤਾਂ ਓਪਨ ਆਈ ਸਾਹਿਬ ਨੇ ਇਨਵਾਈਟ ਕੀਤਾ, ਮੈਂ ਉੱਪਰ ਆ ਗਿਆ। ਅੱਛਾ ਮੈਂ अस्सलाम वालेकुम राजा साहब। ਲੈਣ ਦਿਓ ਕੀ ਹੋ ਗਿਆ ਜੇ अस्सलाम वालेकुम। ਦੋਸਤਾਂ ਨੂੰ अस्सलाम वालेकुम रहमतुल्लाह वबरकातुहू। वालेकुम सलाम वरहमतुल्लाह। राजा साहिब ਅਕਬਰ ਸਾਹਿਬ ਨੇ ਬੜੀ ਗੁੱਸੇ ਤੇ ਕਲਬੀ ਦਾ ਮੁਜ਼ਾਹਰਾ ਕੀਤਾ ਹੈ ਕਿ ਇਹ ਆਪਣੇ ਨਾਲ ਇਖਤਲਾਫ ਦਾ ਜਿਹੜਾ ਸਾਰਿਆਂ ਨੂੰ ਹੱਕ ਦਿੰਦੇ ਨੇ। ਅੱਛਾ, ਜਿਸ ਸ਼ਖਸੀਅਤ ਦੇ ਬਾਰੇ ਹਜ਼ਰਤ ਮਸੀਹ ਮੌਊਦ अलैहिस्सलाम ਨੇ ਫਰਮਾਇਆ ਕਿ ਹੱਕ ਉਹਨਾਂ ਦੇ ਨਾਲ खादिम साहिब, एक खादिम मिनट यार, साहिब, गल तो सुनो जी गल। खादिम साहिब प्लीज़, मैं आपसे रिक्वेस्ट कर रहा हूँ, इस वक्त सिर्फ रिक्वेस्ट कर रहा हूँ, अभी फ़िलहाल इस मौजू को रहने दें। राजा साहब आए हैं, मेहमान, उनसे बात कर लें। आप अपने अहमदी भाई हैं, आप जितनी मर्जी दफ़ा करें, ठीक है? सॉरी हाँ हाँ ठीक है जज़ाकल्लाह खादिम भाई। राजा साहब अस्सलाम वालेकुम रहमतुल्लाह, क्या हाल चाल है? वालेकुम अस्सलाम जनाब, अपना साहब क्या हाल है जनाब, ठीक है आप? अल्हम्दुलिल्लाह ठीक ठाक। राजा साहब, आपको पता है आप जिस ब्रॉड पे बैठे हैं और जिनके साथ बैठे हैं, अगर आप यहाँ बैठेंगे तो लोग आपको क्या क्या कह सकते हैं, आपको पता है इस चीज़ का आइडिया है आपको? क्या मैंने क्या किया है किसी से? नहीं, आपके अपने भाई आपको क्या क्या लक़ब दे सकते हैं कि जिसके साथ आप बैठे हैं, अली अकबर एक आईडी आप देख रहे होंगे अपने साथ, आपको पता है इसका क्या कॉन्सिक्वेंसेस हो सकते हैं? देखें, मेरे इख्तियार में ये नहीं है कि मैं अली अकबर को निकाल दूँ टिकटॉक से या कहीं बैठने से, तो मैं ज़्यादा से ज़्यादा ये कर सकता हूँ कि मैं अली अकबर से मुखातब नहीं हूँगा। एग्जैक्टली, ज़बरदस्त, यही होता है। और लेकिन आप क्यों नहीं मुखातिब होंगे, इसकी वजह बता सकते हैं आप? देखें, बात यह है कि मैं ओपन आई साहब आपको बताता हूँ एक बात, थोड़ी सी गौर से सुन लें। बात यह है कि अगर मेरी बहस हो जाती है किसी क्रिश्चियन के साथ, वो शतमियत करता है हमारे नबी पर, जवाबन मैं शतमियत नहीं कर सकता या इल्ज़ामी जवाब में मैं नहीं कर सकता हज़रत ईसा अलैहिस्सलाम पर, तो मैं उनको नबी मानता हूँ। आपकी कम्युनिटी के कुछ लोगों का मसला ये है कि मिर्ज़ा साहब के दफा में वो हमारे पाक हस्तियों पर जाते हैं। इसका मतलब हम कंक्लूड ये करते हैं कि इनको मिर्ज़ा साहब की इज़्ज़त हमारे नबी की इज़्ज़त से ज़्यादा अजीज़ है। ज़बरदस्त, ठीक हो गया, तो आपका पॉइंट आ गया। अगर या ये दावा ये करना छोड़ दें कि ये जी मिर्ज़ा साहब ग़ुलाम थे जी, हम हज़ूर पाक सल्लल्लाहु अलैहि वसल्लम की को बेहतर मानते हैं, मिर्ज़ा साहब से फ़लाँ करते हैं, एक ज़बान से तो ये बातें करते हैं, दूसरी ज़बान से ये शतमियत करते हैं। तो बात यह है कि इस अकबर ख़ान की रिकॉर्डिंग भी मेरा ख्याल है अली अकबर की रिकॉर्डिंग भी मौजूद है और इसने ऐसी बातें की हुई हैं। अगर या तो ये कहना शुरू कर छोड़ दे, जैसे भाई लोग हैं मिसाल के तौर पर, उन्होंने अपना एक नबी मान लिया, बस ठीक है। आपके लोग भी ये कहना ये कह दें जी कि ठीक है मिर्ज़ा साहब हमें सबसे ज़्यादा अजीज़ हैं, हमारा और इनका झगड़ा ख़त्म हो जाएगा। ये हमारे नबी की शातमियत भी करते हैं और दूसरे ज़बान में ये क्लेम भी ये करते हैं जी कि हम इस्लाम को मानने वाले हैं। ठीक है राजा जुवेद साहब, राजा एक सेकंड, 112 साहब एक सेकंड, मुझे ना थोड़ा सा 2 मिनट 112 साहब प्लीज़ हैं। राजा जुवेद साहब, अभी आपने एक बात की है और उससे मैं ये समझा हूँ कि अली अकबर, अभी मैं केस सिर्फ कर रहा हूँ, अली अकबर साहब की बात हो रही है, ठीक है, क्योंकि इनके बारे में फतवे ज़्यादा हैं शातमियत के, और उसका जो आपने रीज़न बताई है वो ये बताई है कि इनका मामला ये है कि ये मिर्ज़ा साहब को डिफेंड करने के लिए पिछले नबीस पे जाते हैं, उनकी चीज़ें निकाल के इनको बताते हैं, तो ये शातमियत होती है, ठीक है। और ये मफरूज़ा, ये हाइपोथेसिस कायम किया गया है अली अकबर साहब के बारे में
لیکن میرا آج کا جو کیس ہے وہ بالکل ہی اس سے الٹ ہے، کیونکہ کل ایک واقعہ ہوا ہے، اگر آپ کو اس کا نہیں پتا تو بھی بتا دیں. کل شام آپ لوگ بھی سن رہے تھے. علی اکبر صاحب آپ ذرا مائک کھولیں گے ذرا؟ نہیں ایک منٹ ان کا مائک کھولنے سے پہلے وہ جو واٹر آیا تھا عمر نذیر صاحب کے پاس، اس کی بات کر رہے ہیں آپ؟ نہیں یار، نہیں علی اکبر صاحب آپ کو بتاتے ہیں، آپ کو نہیں مجھے بتا رہے ہیں، لیکن آپ سن لیں ٹھیک ہے، کیونکہ مجھے لگتا ہے یہ بھی شاید میں نہ آ جائے. جی علی اکبر صاحب اب آپ بتائیں کہ کل کیا ہوا تھا، اور راجہ جاوید صاحب بھی اس کے بارے میں بتائیں گے. بتانا ہے. دیکھیں یہ اتنا بڑا معاملہ نہیں تھا جتنا بڑا یہاں پہ بنا. اب آپ نے چونکہ آپ کی نظر میں ہے، ہر بندہ آپس میں ایک اوپر میں حدیث بھی ہے نبی پاک صلی اللہ علیہ وسلم کی کہ جو اختلاف رائے وہ بھی حسن ہے نا، آپس میں اختلاف کرنا سمجھ کے اندر آ کر کے. اس کا مطلب یہ نہیں ہے بالکل بھی کہ میں میاں صاحب کے اگینسٹ جا رہا ہوں. یہاں پر علی بھائی نے بھی بات کلیئر کی تھی کہ وہ میاں صاحب کو وہ سمجھ آئی تھی تو انہوں نے اپنی سمجھ بیان کی ہے نا. اب اس کے اوپر اگر اپنا کوئی بندہ بات کر دے، اس کا مطلب ہرگز نہیں ہے کہ میں مخالف کیمپ میں کھڑا ہو گیا ہوں جا کر کے. اس میں سمجھ کا فرق ہو سکتا ہے. مجھے اپنی سمجھ آئی، میں نے اس کے مطابق ان سے پوچھ لیا، میں نے اختلاف رائے نہیں کیا. اچھا اب بات پہ آتے ہیں. بات یہ تھی کہ وہاں پہ محمدیہ بیگم کے انہوں نے کوئی شور بڑے دن سالوں سے 125 سال سے اٹھایا ہوا ہے. کل بھی کہیں اٹھایا ہوگا اس عامر نذیر نے کہیں بیٹھ کر کے، پرسوں بھی. میاں صاحب کی جو چیز ذہن میں آئی، جو انہوں نے پڑھی، میاں صاحب نے آ کر کے وہ بیان کر دی. ایک معاملہ جویریہ ام المومنین رضی اللہ تعالیٰ عنہ کا بیان کر دیا کہ یہ وہ معاملہ ہے جو ریلیٹ کرتا ہے محمدیہ بیگم والے واقعے کے ساتھ. اب وہ میاں صاحب نے سمجھی، باقی لوگوں نے بھی سمجھی. وہ میں بات سمجھ گیا ہوں، میں بات سمجھ گیا ہوں. ابھی میری بات رک جائیں نا، آپ وکیل ہیں میں وکیل نہیں ہوں، رک جائیں ذرا، آپ پوری بات کرنے دیں. اچھا آپ نیچے بیٹھے تھے. اچھا وہاں پر بیٹھا تھا مگر میں نے کچھ بات سنی ہوئی. او یار سن تو لیں بھائی، بندہ خدا رک تو زبان پر اعتبار ہی نہیں ہے، میں کیا سنوں آپ کی بات. راجہ جاوید صاحب آپ مجھ پہ یقین کریں، اور علی اکبر صاحب کی جو میں بات آپ سے بات نہیں کر رہا، کوئی ایسا مسئلہ نہیں ہے. وہ وکیل صاحب میں اوپن آئی نہ گل کر رہا. نہیں اوپن آئی صاحب آپ اپنی زبانی خود. رک جا یار، رک جا بھائی. راجہ صاحب کوئی شاتمیت کی بات نہیں ہو رہی، معاملہ بالکل الٹ ہونا. جب آپ کو پوری بات ختم ہوگی نا تو آپ کے سامنے کچھ اور چیز سامنے آئے گی. آپ پلیز سمجھنے کی کوشش کریں، پہلے بات مکمل ہونے دیں. اچھا وہاں پر میں نے اپنی سمجھ رکھی. اکثر اوقات آپ نے اوپن آئی سنا ہوگا اس براڈ پہ بھی کہ بعض قرآن کی آیات کی جب مجھے سمجھ نہیں آتی، اس کا مطلب ہرگز یہ نہیں ہوتا کہ میں قرآن پہ اعتراض کروں. میں کہتا ہوں میری سمجھ میں فرق ہو سکتا ہے، قرآن برحق ہے. کل بھی میری یہی تھی کہ ہو سکتا ہے مجھے وہ بات، میں نے میاں صاحب سے سمجھنے کی کوشش کی تھی، میں نے اعتراض نہیں. میں نے کہا تھا میاں صاحب یہ جو معاملہ آپ ریلیٹ کر رہے ہیں جویریہ ام المومنین والا، میری سمجھ میں نہیں آ رہا یہ کیسے ریلیٹ ہوگا، کیونکہ وہاں پہ معاملہ اور ہے، یہاں پہ معاملہ اور ہے. اتنی سی بات ہے. اس کو اب وہ اوپن آئی نے کیا سمجھا ہے، باقی لوگوں نے کیا سمجھا ہے، وہ پالتو کے اندر میرے بندے میرے مخالف ہونے کے ہم بھی اعتراض کر سکتے ہیں. خادم صاحب ویسے میرے سے اکثر اعتراض کرتے رہتے ہیں بیٹھ کے، جس مرضی گاڑی موڑ دیں ان کو موڑنے دیں، ان کا مجھے کوئی مشکل نہیں ہے. باقی لوگوں سے کہ آپ سے اعتراض کر سکتے ہیں. میں نے میاں صاحب اعتراض نہیں کہ میرے بھائی ہیں، میرے سینئر ہیں، بہت بڑا ان کے پاس علم ہے، ان سے سیکھتا ہوں. اور یہاں پر آ کر کے صرف اوپن آئی کا سوال یہ ہو رہا ہے کہ اگر علی اکبر شاتم رسول ہے تو کل یہ ڈیفینڈ کر وہاں پہ کہتا ہے کہ ہاں جی میاں صاحب آپ نے بہت اچھی بات پیش کی ہے مرزا صاحب کی صداقت میں. اس نے وہاں پہ یہ اعتراض کر کے ثابت کیا ہے کہ جہاں حق بات اس کو نظر لگتی ہے وہاں جو کھڑا ہو جاتا ہے، بھلے وہ مخالف کی طرف سے بھی کیوں نہ ہو. تو وہ شاتمیت میں نہیں آتی. وہاں پہ اس حدیث میں حدیث کے ساتھ اس رسول پاک صلی اللہ علیہ وسلم والی بات کی طرف کھڑا ہوا تھا. اتنی سی بات ہے. اب اوپن ہے اپن کو کلیئر کریں. جی راجہ صاحب آپ کوئی بات سمجھ آئی ہے جو ابھی ہوئی ہے؟ اگر نہیں آئی تو آپ مجھے بتا دیں. بس مجھے بات سمجھ آئی ہے، میرا بھی جواب لے لیں. دیکھیں ایک جو ہمارا اعتراض ہے نا مرزا صاحب پر، وہ یہ بھی ہے کہ وہ یہ بھی لکھتے ہیں کہ وہ پیشوا ہمارا حضور پاک صلی اللہ علیہ وسلم کی انہوں نے بڑی بڑی تعریفوں میں بھی قصیدے بھی لکھے ہیں، مگر اپنے آپ کو نبی بھی ان کے بعد کہا ہے. علی اکبر جیسا بندہ ایک جگہ پر اپنے بندے کو اس کی ذاتی اختلاف یا مخالفت ہے جس کے ساتھ کوئی اختلاف نہیں ہے، اس کو درست نہیں یہ ایسے نہ کہنا. آپ نے یہ ایزیوم کیا نا. آپ یہ بیچ میں نہ بولیں. کوئی اختلاف نہیں ہے. بار یہ مجھے کہہ رہا تھا کہ بیچ میں نہ بولیں. ہاں تو پھر آپ بول رہے تھے نا میرا میاں صاحب سے کوئی اختلاف نہیں ہے. اب مجھ سے میرے بعد کوئی بھی ہے وہ رسپونڈ کر سکتا ہے، مگر مجھے پلیز بات کمپلیٹ کرنے دے. بات یہ ہے کہ ان کا اختلاف بالکل بھی کوئی نہیں ہے،
और जो स्पीकर लगा लगा कर जो बातें हुई हैं और जो ब्रोडें लगी हैं, उनकी तारीख से मेरा ख्याल है यहाँ पर कोई भी ना वाकिफ नहीं है। बात ये मैं कर रहा हूँ कि एक जगह पर आप गालियाँ दो, शतमियत करो, दूसरी जगह पर आप बैठकर कहो जी मैं दफा कर रहा हूँ, तो हम कैसे उस दफा का एतबार कर सकते हैं? जी बहुत शुक्रिया। इसका मैं जवाब देता हूँ। बोलने ओपन अभी मुझे जवाब नहीं देना, दो बातों का जवाब देना, रुकने जवाब देने दें। मैं इधर हल्फिया कहता हूँ, वो जो वाकयात दो सगे भाइयों में हो जाते हैं, अल्लाह इला इल्लल्लाह मोहम्मद रसूलुल्लाह, मियाँ साहब की मोहब्बत मेरे दिल के अंदर, मेरा उनसे कोई इख्तलाफ नहीं है, नंबर 1। नंबर 2 ये है, और मैंने कल ये कोई ऐसी बात समझ के सवाल किया भी नहीं था कि मैं मियाँ साहब को टीज करूँ। नंबर 3, ये बंदा कह रहा है कि जी ये शातमियत करता है। जिन लोगों ने किताबें लिखी वो किताबें मैं पढ़ता हूँ, जो मेरी अगर रिकॉर्डिंग कहते हैं ना, ये रिकॉर्डिंग करते हैं इस तरह करके पीछे से काट। जब मैं कहता हूँ, कल अगर मैं जाहिद जमील से बात कर रहा था तो मैं यही बात कर रहा था कि तुम लोगों ने, तुम्हारे बुजुर्गों ने जो मोहम्मद वाले मोहम्मद पे बहुतान बांधे हैं, मैं वो पढ़ के सुनाता हूँ कि ये तुम लोगों ने नबी की शान बयान की हुई अपनी किताबों के अंदर। वो शातमियत के जुमरे में आती है? वो शातमियत है या वो शातमियत है जो सियाल जंग वाले ने की थी, वो जो कश्मीरी ने की थी, वो जो सीकर ने की थी? वो कौन सी किताबों में? वो किसी किताब से निकाल के दिखा दें कि हमारा नबी तुम्हारे यहूदनों से ये करता था, ये किसी किताब में दिखाएं। मैं मारिया किबतिया वाला केस निकाल के दिखाता हूँ, जो तुम लोगों ने नबी पे इल्ज़ाम बांधा हुआ है, जो तुम लोगों ने 34-38 सही बुखारी में बांधा है कि उमर डर के मारे छुप के अंदर बैठ गया था, जिसको बाद में तुम पूरी दुनिया को हुक्मरान बताते हो। ये तुम लोगों ने किताबों में लिखा। साहब इसका ये लेक्चर मैं नहीं सुनने आया इधर, ये तुमने ये किया, तुमने वो किया। देखें, अगर आपने आपकी ज़ात की मैं इज़्ज़त करता हूँ, अगर आपने मुझसे कोई और बात पूछनी है तो बता दें। ठीक है। असल में ना राजा साहब, मैंने आपसे यही सिर्फ पूछना था, लेकिन आपने कुछ चीज़ें उनसे जोड़ दी थी तो उनको जवाब देना पड़ा, तो ये नहीं करना चाहिए था। एनीवेज, जो आपको फेस वैल्यू पे नज़र आ रहा है, जो इस वक्त जो उनका रिएक्शन था उस वक्त, जो अली अकबर साहब ने दिखाया उधर, जो उनको सही लगा, आपको उसमें भी अब शक लग रहा है, इसका मैं कुछ नहीं कर सकता। ठीक है, उसका मैं कुछ नहीं कर सकता। इसी तरह जिस तरह जब उनको अली अकबर साहब को शातिम कहा गया था, उस वक्त मैं कुछ नहीं कर सका था, तो वो मैं चेंज करने के लिए नहीं आपको बुलाया, मैं सिर्फ दिखाने के लिए ये बुलाया है। देखें, आप लोग किसी के बारे में जो मर्जी अज्यूम करें, किसी को फ़र्क नहीं पड़ता। अगर एक बंदा रसूल सल्लल्लाहु अलैहि वसल्लम से प्यार करता है और उनको डिफेंड भी हर जगह करता है, तो उसकी नीयत पे शक करना आपका काम होगा, मेरा नहीं। ठीक है, उसको शातिम हम तो नहीं कहेंगे, आप जितना मर्जी कहें, ना ही मैं उसकी इस चीज़ पे, जिसमें आपने रिलेट कर दिया कि आपने कहा पर्सनल मसला था इसलिए उसने कह दिया, ऐसा नहीं था। हमारे यहाँ अनफॉर्चुनेट ये चीज़ें फॉर्चुनेटली नहीं होती कि हम पर्सनल मामलों में हम मज़हब को लेके आएँ। हमारे यहाँ ये चीज़ें नहीं होती। हमारे यहाँ भाइयों में मसले होते हैं, वो रिजॉल्व भी हो जाते हैं और दिनों में रिजॉल्व होते हैं, उनमें हफ्तों नहीं चलते, फ़ौरन रिजॉल्व होते हैं। मैं आपको रिमाइंड करवा देता हूँ, जो बात मैंने की थी, मैंने ये नहीं कहा था कि ये दूसरों के सामने या हर वक्त ऐसी बातें करते हैं। मैंने आपको ये कहा था, जिस वक्त मिर्ज़ा साहब की बात आ जाती है, उस वक्त इनको सबसे ज़्यादा अजीज़ मिर्ज़ा साहब की इज़्ज़त है, ना कि हमारे नबी की। मैंने बात तो ये की, कल मिर्ज़ा साहब की बात को ही किया जा रहा था। कल अली अकबर साहब ने मिर्ज़ा साहब की बात ही हो रही थी, मिर्ज़ा साहब ही डिफेंड हो रहे थे। नहीं, मिर्ज़ा साहब उन्होंने कहा था मुझे ये सिमिलर वाकया नहीं लग रहा। बात मेरी सुन लें, ओपन आई साहब, बात मुझे सुन लें, क्योंकि आपकी जमात का ये वतीरा है, को बात जहाँ पर जुड़ती दुखती नहीं, वो जोड़ देते हैं मिर्ज़ा साहब के दिफा में। जैसे वो बात कल वाली बात है, महमदी बेगम का किस्सा कहाँ और मोहतरमा जवेरिया का किस्सा किधर? दोनों बातें देखें। तो किसी बंदे को एक बंदा का दावत देता है, वो और बात है, और जो बंदा हरास करता है रिश्ते के लिए, वो और बात है। राजा साहब अस्सलाम वालेकुम। राजा साहब ओपन आइस भाई, राजा साहब एक ओपन आइस, अस्सलाम वालेकुम। अस्सलाम वालेकुम। अली अकबर ने कहा कि मैं मियां एक नहीं मेरा राजा साहब से बात नहीं है। अली अकबर ने कहा कि मियां साहब से मेरा कोई इख्तलाफात नहीं है, लेकिन ओपन आइस साहब आप लोगों को आके बता रहे हैं कि मियां साहब ने गुस्ताखी की है।
और मियाँ साहब ने गलत बयानी किया, इसलिए अली अकबर उनको भी नहीं डिफेंड कर रहा तो आपको भी डिफेंड कर रहा। लेकिन ये थोड़ा सा ख्याल करें कि आप अली अकबर को तो कह रहे हैं कैसा, लेकिन दूसरे भाई पे आप इल्जाम ठोक रहे हैं, इसलिए लोगों से पूछ रहे हैं। नहीं, उन पे हरगिज़ इल्ज़ाम नहीं ठोका, बिल्कुल नहीं किया। अली अकबर साहब ने बड़े वाज़ेह लफ्ज़ों में कहा है कि जब इंसान को कोई चीज़ जो समझता है उस समझ में चेंज आ सकती है फ्यूचर में, ठीक है। उन्होंने उस वक्त मियाँ साहब ने समझा होगा और वो बाद में रिव्यू करेंगे तो उनको समझ आ जाएगी कि इसके बारे में शायद कुछ और एग्जांपल दे लेते तो बेहतर होती। हम इल्ज़ाम हरगिज़ नहीं लगा रहे। नहीं, मैं अपनी बता रहा हूँ कि हो सकता मुझे भी समझने में गलती लगी हो, मियाँ साहब को गलती नहीं कह रहा। मैं ये इनकी अपनी बात भी है। अली अकबर साहब को गलत समझा। अली अकबर साहब मैंने तो पहले बात किया, जो अली अकबर साहब कह रहे हैं कि मुझे ये समझ लगी, लेकिन राजा साहब ओपन आइस राजा साहब को आके बता रहे हैं कि देखिए अली अकबर ने उसको भी डिफेंड किया तो उसको भी डिफेंड किया। ऐसा नहीं होता ओपन आइस भाई, आप फिर अपने भाई पे इल्जाम लगा रहे हैं। देखें, मेरी बात सुने अरफान भाई, बात ये है अली अकबर साहब भी और मियाँ साहब भी दोनों कौन हैं? दोनों अहमदी हैं, दोनों मेरे भाई हैं। बात ये है कि एक बंदे को अली अकबर की बात पता है क्यों यहाँ हो रही है? क्योंकि उस पर ये फतवे मुसलमानों ने स्पेशली आमिर नज़ीर साहब ने लगाए हैं। तो मैं उनको चेहरा दिखाना चाह रहा हूँ कि अगर वो सबसे बड़ा शातिम होता तो वो मौका ही ना जाने देता। तो ये मैं समझाना चाह रहा हूँ कि वो मौका ही ना जाने देता। क्योंकि ये बात सही, अली अकबर ने उनको डिफेंड नहीं किया। अली अकबर कह रहे हैं कि वो थोड़ा सा मुझे नहीं आया सही ना, तो आप इसलिए कह रहे हैं कि मियाँ साहब का कोई सो है तो सही ना, इसलिए आप राजा साहब से पूछ रहे हैं कि देखे अली अकबर उस तरह भी गुस्ताखी करता है। मियाँ साहब का मामला ही नहीं है यार इरफान भाई, मियाँ साहब का मामला ही नहीं है। मियाँ साहब को कौन कह रहा है? पड़ा है ना मेरे प्यारे भाई, इसलिए तो आप राजा साहब को बुला रहे हैं। नहीं इरफान जाट साहब यार ठहरे, मैं इरफान यार ये मेरा ख्याल लोग गलत समझ रहे हैं सारी बात को, चूंकि आपने मौजू ऐसे पेश किया है। बात मियाँ साहब के उस मामले की नहीं हो रही, समझे पॉइंट को तो ओपन आई का समझे। मेरा तो ऐसे पॉइंट नहीं है ये वाला, मैं इसमें दखल देना चाहता था। पॉइंट ये है कि वो बात कर रहा है कि ये कहते हैं कि अली अकबर गुस्ताख रसूल है, शातम रसूल है। वहां पर ये खड़ा हो करके अपने ही बंदे से कह रहा था, वो हवाले पे बात नहीं हो रही कि वो हवाला जो दिया था वो गलत था कि नहीं था। वहां पे खड़ा होकर ये कह रहा था मियाँ साहब को कि मियाँ साहब ए मामला रिलेट नहीं करता। उस हवाले पे बात नहीं हो रही मियाँ साहब वाले पे कि वो सही था कि गलत था। मेरी बात कर रहे हैं कि अगर ये शातम होता तो ये वहां पे खड़ा होकर कहता, जिस तरह बाकी सारे कह रहे थे माशाल्लाह मियाँ साहब, माशाल्लाह मियाँ साहब, आपने बड़ा अच्छा डिफेंड किया है मिर्जा साहब को। लेकिन वहां पे इसने कहा था कि मुझे इस हवाले की समझ नहीं आई। मैंने अल्फाज भी मेरे यही थे कल मियाँ साहब के साथ कि मियाँ साहब ये तुझे हवाला दिता है, मैंने समझ को नहीं लगी, मैं नहीं लग रहा है कि रिलेट कर रहा है किसी तरीके नाल बीबी जवेरिया का मामला मोहम्मदी बेगम नाल। असल में वो ये पॉइंट दे रहा है कि अली अकबर का शातम रसूल था तो वहां पे खड़ा होकर नारे लगाता, कहता कि ओए होए मियाँ साहब तुसी कमाल कर देता है, तुसी चपेट मार। साहब ऐसा मतलब है मियाँ साहब ने हवाला गलत पढ़े ओपन इसलिए कह रहे हैं ऐसा ना करो, ऐसा ना करो। नहीं अल्लाह का नाम इरफान जाट साहब नहीं इरफान जाट साहब मजलूम शाह साहब आ गए ने, अपने भरा ने, अली अकबर भी भरा है, सारे सी भरा बैठे ने। राजा जावेद साहब शुक्रिया बहुत बहुत आपके टाइम का। आई होप आपको समझ आ गई होगी जो आपका पॉइंट था। इरफान भाई आप चीज़ों को गलत समझ रहे हैं इस वक्त अनफॉर्चुनेटली। हम किसी भाई को भी ये नहीं कह रहे कि उसने गलत है या शख्सियत इस जज्बात की साइड में शख्सियत परस्ती पैगने के बाद जी ओ, हालांकि मैं नहीं कोई। इरफान भाई भी मुझे पता है, इरफान साहब भी वो चीज़ों को डिफरेंट एंगल से देख रहे हैं। हाँ बस शख्सियत परस्ती के बाद जी ओ हो साढ़े बंदे के खिलाफ। हालांकि मैं 50 दफा सुबह से कह बैठा हूँ कि मियाँ साहब के अगेंस्ट बात कोई भी नहीं हो रही। मैं अपनी समझ बता रहा हूँ, मैं कुरान की मिसाल देता हूँ लोगों को कि मुझे कुरान की आयतों की बात का समझ नहीं आती। तो मैं लोगों से अक्सर कहता हूँ कि इसका मतलब ये नहीं होता कि कुरान गलत है, मैं कहता हूँ मेरी समझ गलत है। इसी तरह मियाँ साहब ने को हवाला दिया तो मैंने मियाँ साहब को गलत नहीं कहा, मैं कह रहा हूँ मेरी समझ गलत है। हो सकता है मुझे समझ ना आई हो। कल मियाँ साहब से भी यही सवाल किया था कि हो सकता है मैंने समझ ना आया हो। वो हवाला इतनी मियाँ साहब ने क्लियर भी कर दी थी और चुप करके चले गए थे। पॉइंट वाली बात अंदर और बस हमारे लोग चाहते हैं ਖੁਦ ਹੀ ਇਜ਼ਾਫ ਕਰ ਦੇਣਗੇ। ਅਸੀਂ ਸਾਨੂੰ ਹੀ ਉਹਨਾਂ ਹਵਾਲਾ ਦਿੱਤਾ, ਅਸੀਂ ਸਕਰੀਨਸ਼ਾਟ ਲੈ ਰਹੇ, ਅਸੀਂ ਪੜਿਆ ਹਵਾਲਾ। मियां साहब ਆ ਗਏ ਨੇ। मजलूम शाह साहब अस्सलाम वालेकुम रहमतुल्लाह व बरकातहू। थल्ले बैठे ने नजर नहीं आते ਆ ਗਏ ਨੇ। ਸਾਡੇ ਸਿਰ ਤੇ ਤਲਵਾਰ ਲਟਕੇਗੀ ਅੱਲਾ ਦੇ ਫਜ਼ਲ ਨਾਲ। नहीं इटवाल साहब प्लीज इटवाल साहब बिगड़ हाँ जी हुक्म करो भाई जी। इटवाल साहब अभी आप प्लीज़ पूछना करें। जज़ाकल्लाह, आपने म्यूट कर लिया। मजलूम शाह साहब आपने सुना है अभी क्या बात हो रही थी? आपको पता है? मैंने सारी सुनी है। अब मेरा ख्याल है सब भी अक्लमंद है,
वो मेरा जितना भी सारे वो रिकॉर्डिंग है वो यूट्यूब पे चढ़ी हुई है और इन गैरत जमात के चैनलों पे चढ़ी है। ठीक है। तो ये जो बात की जा रही है, ना तो उस वक्त किसी ने उस हवाले को रेलेवेंसी को चैलेंज किया। हाँ, अली अकबर साहब तो खुद अपनी सवारी लगा रहे थे, उन्होंने ये जरूर कहा था कि मैंने पूरी तरह सुना है, मुझे दोबारा सुना है। अब जाहिर बात है 10-15 मिनट की बात को मेरे में तो हिम्मत नहीं दोबारा रिपीट करने की। हाँ, जो इनको गलत फहमी लग रही है कि मैंने उस वक्त कहा था कि ये वाला रेलिवेंसी नहीं रखता, हाँ, वो सैफी ने इनको कहा था कि यहाँ पे हदीस जो है ना 5255 वो पढ़ दे। तो मैंने कहा था कि उस हदीस का इस मोहम्मदी बेगम वाले मामले से रेलिवेंसी नहीं है, ये मैंने कहा था। वो रिकॉर्डिंग पूरी मेरे पास पड़ी है। ठीक है। अगर किसी को वो जो मैंने हवाला पढ़ा है बरेलवियों की किताब से, हजरत जवेरिया सलामुल्लाह अलैह अम्मा जान उम्मत की, और रसूल पाक सल्लल्लाहु अलैहि वसल्लम हमारी उम्मत के मतलब के वालिद हैं, इसीलिए अल्लाह ताला ने उन्हें खातमुन नबीयीन कहा कि तुम्हारा वैसे तो कोई बेटा नहीं होगा लेकिन सारी उम्मत तुम्हारी बच्चों की तरह, तो इनका रानी बाप है। तो आप सुन ले, पहले यूट्यूब पे वो जाके सारी कन्वर्सेशन सुने। इन्होंने गैरत जमात ने डाली हुई है, जाहिद जमील ने डाली हुई है, सुन ले, उसमें मेरा तो कोई जिक्र ही नहीं है। यही बात हो रही थी। ठीक है, ठीक है। ये जो बाकी अभी जो पेश करने एक मिनट बात सुने, जो हदीस पेश करने लगे थे ना, सैफी भाई ने तजवीज़ दी थी, वो इन्होंने भी, मैंने कहा था कि ये रेलिवेंस नहीं करती, ये सब जो मामला चल रहा है ना मोहम्मदी बेगम का, और ये मैं हवाला पेश कर रहा हूँ, तो ये बराबर पे आते हैं। और उसमें मैंने ये नहीं कहा था कि हज़रत मसीह मौद ने ये इस तरह किया, वो आप खुद सुनिएगा, मेरे पास वो पूरी मैंने रिकॉर्डिंग मेरे पास है। मैंने कहा था कि हज़रत मसीह मौद ने ये काम ना किया था तो इन्होंने ये इतराज़ करना था कि नबी पाक ने तो ऐसी एक शादी भी की थी, तो मिर्ज़ा साहब ने तो ऐसी शादी नहीं की, इसलिए भी झूठे हैं। ठीक है, ठीक तो है। वो आप बाकी रिकॉर्डिंग पूरी पड़ी। अब मेरा भी सुने दोबारा क्लियर कर अली देते अकबर हैं। साहब जरा बता दें, क्या मजलूम साहब को भी बता दें जो नहीं, बात वो तो होती है, अभी हो मियां रही साहब है, ने अभी हो सही रही बात की है। इसी तरह बात देखें, मियां साहब आए थे, मियां सना के हवाला पड़ा था, स्क्रीनशॉट लिए थे, मैं नहीं ले, मैं ड्राइव कर रहा था। फिर जब साहब ने बात कर ली तो मैंने माइकल मैं कि मियां साहब मैं तो ड्राइव कर रहा, जिन्नी की मैंने गल सुनी है ना, उन्नी को मैं सिर्फ पुछना चाहना कि ਜਿਹੜੀ ਤੁਸੀਂ ਗੱਲ दसी ये वाली मेरा ख्याल है कि मोहम्मदी बेगम नाल किस तरह रिलेट हो रही है। इन्होंने फिर मुझे आगे से क्लियर किया था कि उधर वो भी अपनी गालिबन हिस्सा मांगने आई थी, और इधर भी ये जो थे ये जायदाद के ही उसके अब्बू आए थे लेने के लिए मोहम्मदी बेगम के। तो उसके आगे मैंने गालिबन से यही कहा था कि वो तो फिर शादी हो गई थी, तो उन्होंने कहा था कि हाँ वो तो शादी हो गई थी उनकी, तो फिर इनकी शादी नहीं हुई थी कि मोहम्मदी बेगम की। इतनी सी बात हुई थी, तो इतनी सी बात से फिर सैफी साहब समझ गए। और मैंने सारी वो देखे, अब उस बात को दोबारा रिपीट करें, मैंने उधर कह दिया था कि ठीक है शादी नहीं हुई। ਤੁਸੀਂ ਕਿ ਤੁਹਾਡੀ ਗੱਲ ਮੀਆਂ ਸਾਹਿਬ नहीं हो रही, ਤੁਸੀਂ मैं पॉइंट समझा रहे हैं। अच्छा, वहां पे फिर सैफी साहब बोले थे तो उन्होंने मियां साहब को मुखातिब करके, क्योंकि वो समझ गया था ना चीज़ को, तो उसने फिर मियां साहब से कहा कि अली अकबर जरा सवाल कर रहे हैं कि वो रिलेट किस तरह हो रहा है, तो जरा क्लियर करो ज़रा इस मामले को। तो मेरा ख्याल है कि फिर मैं चला गया था कि पत्नी ब्रॉड इन्होंने कहा था बंद करनी, इस तरह का कोई हुआ था। उनके विचों पॉइंट ये लिता इन्होंने कि चूंकि मैं उत्थे सवाल किया सी कि ये मामला किस तरह रिलेट हो रहा मोहम्मदी बेगम के नाल, तो ये हुण मुखालफीन नूं सवाल कर रहे हैं ओपन आई भाई साहब, मैनूं नहीं समझ आ रही क्यों कर रहे हैं कि जी अगर अली अकबर गुस्ताख रसूल हो जो आप शातमे रसूल से कहते हैं, तो वो भी कम अज़ कम कल यहाँ मियाँ साहब को जिस तरह बाकी लोग कह रहे थे, वो शहजाद साहिब 1122 साहिब कि जी माशाल्लाह माशाल्लाह, ये वहाँ पे कम अज़ कम ये एतराज़ ना मियाँ साहब से करता कि मैंने समझा दो कि मामला मिलता आपस में, शादी तो हो गई सी उन्होंने जवेरी, इन्हों की शादी नहीं हुई। ਇਹ ਵਿੱਚੋਂ ਪੁਆਇੰਟ ਫੜ ਕੇ ਤੁਹਾਨੂੰ ਸਵਾਲ ਕਰ ਰਿਹਾ ਕਿ ਅਗਰ ਇਹ ਵਾਕਈ ਸ਼ਾਤਮ ਹੁੰਦਾ ਤੇ ਉੱਥੇ ਚੁੱਪ ਕਰਕੇ ਬੈਠਾ ਰਹਿੰਦਾ, ਜਾਂ ਕਮ ਸੇ ਕਮ ਇੰਨਾ ਕਹਿੰਦਾ ਕਿ ਮੀਆਂ ਸਾਹਿਬ ਬੱਲੇ 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 ਬੱਲੇ, तो फिर से ना वो तो जब अपने वर्क में है, अपना काम कर रहा है, उसकी तवज्जो अपने पैसेंजर के साथ है, तो वो कैसे या नहीं मियां साहब समझ नहीं रहे, तुसी पॉइंट की ओपन आइज भाई बात सुने, मेरी एक बात सुन ले, ये सब बदबख्त शातम रसूल है, पूरी उम्मत मुसलमान जो सो कार्ड बनी हुई है पाकिस्तान की, इन्होंने इस्लाम को तबाह कर दिया, बर्बाद कर दिया, बदनाम कर दिया। किसी जगह पे भी इनकी कोई नेकनामी है? सबसे बड़ा शातम ये जो अभी बैठा था, ये कम शातम है। अल्लाह ताला ने कुरान पाक में क्या कहा कि नबियों में फर्क ना करो।
अब अगर यहूदी या ईसाई जो है वो रसूल पाक को नहीं मानते, या यहूदी जो है वो मकसद है कि हजरत ईसा को नहीं मानते, इसका मतलब उन्हें लाइसेंस दे दिया जाए कि वो दज्जाल कज़ाब और इसकी क्वाली शुरू कर दे। ये अखलाकी तौर पे बनता है, चले दीनी तौर पे ना भी बनाए तो माशरती तौर पे इंसानों के माशरे में ये चीज़ बनती है। हर वक्त आप बकवास करते रहे हजरत मूसा की शान में या हजरत ईसा की शान में, और बात हो ना हो आप उन पे क्वाली शुरू कर दें। ये तो लानती है, दज्जाल की कौम है, आप खेलते रहते हैं इनके हाथों में। जिक्र हो रहा हो, हजरत साहब का वो जिक्र लेता है, भाई तुम्हारा नहीं नबी तो ना सही, हमने तुम्हें मकसद है कि दावतें दी है कि तुम आके मानो, खसमां को अपने घर मरो, नहीं करते असि ਤੁਹਾਡਾ ਗੱਲ ना ਤੁਸੀਂ ਸਾਡਾ करो, अपने अपने घर च रहो। रामजादे हर वक्त बकवास, हर वक्त बकवास, चातम चातम चातम, ये तो है नहीं शातमा दी औलाद। ਮੀਆਂ ਸਾਹਿਬ ਛੱਟਾ ਆਣ ਲੱਗਾ ਸੀ, ਰੁਕ ਗਿਆ ਵਿੱਚ ਹੀ। ਸਰ ਮੈਨੂੰ ਮੌਕਾ ਮਿਲੇਗਾ, ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ। ਮੀਆਂ ਸਾਹਿਬ ਦੇ ਮੂੰਹ 'ਚ ਲਫ਼ਜ਼ ਨਿਕਲਣ ਲੱਗਾ ਸੀ। ਸ਼ਾਹ ਜੀ ਪਾਣੀ ਪੀ ਲਓ। ਮੌਕਾ ਮਿਲੇਗਾ, ਮੈਨੂੰ ਮੌਕਾ ਮਿਲੇਗਾ, ਮੈਂ ਗੱਲ ਕਰਨਾ ਚਾਹੁੰਦਾ ਸਰ। 1122 ਇੱਕ ਮਿੰਟ, ਸ਼ਾਹ ਜੀ ਪਾਣੀ ਦੀ ਬੋਤਲ ਆ ਤੇ ਪੀ ਲਓ। ਮੀਆਂ ਸਾਹਿਬ ਦਾ ਯਕੀਨ ਕਰੋ। ਖਾਣਾ ਮੀਆਂ ਫੇਰ ਤੁਸੀਂ ਹੁਣ ਗਰਮ ਹੋ ਗਏ ਜੇ। ਨਹੀਂ ਗਰਮ ਨਹੀਂ ਹੋਏ। ਅੱਛਾ ਉਹ ਖਾਦਮ ਰਜ਼ੀ ਸਾਹਿਬ ਸਵਾਲ ਆਦੇ ਹੈ, ਉਹ 2 ਟਕੇ ਦੇ ਬੰਦੇ ਮੂੰਹ ਚ ਰਫਲੂ ਵਗਦੀਆਂ ਨੇ, ਰਾਣਾ ਵਗਦੀਆਂ ਨੇ, ਆਦੇ ਚਾੜਾ ਦੇ ਰਹੀ ਜਮਾਤ ਆਂਦੀ ਹੈ ਸ਼ਾਤਮ, ਤੁਹਾਡੇ ਮੂੰਹ ਤੇ ਛਿੱਤਰ ਮਾਰਨੇ ਆ ਕਿ ਉੱਲੂ ਦੇ ਪੱਠੇ। ਇਹ ਸਾਰਾ ਕੁਝ ਇਨਸਾਨ ਹੈਗਾ, ਅੱਲਾਹ ਤਾਲਾ ਨੇ ਬਸ਼ਰ ਬਣਾਏ ਨੇ, ਤੁਸੀਂ ਉਹਨਾਂ ਨੂੰ ਰੱਬ ਬਣਾਉਂਦੇ ਫਿਰਦੇ ਹੋ। ਇਹੀ ਪਹਿਲੀ ਕੌਮਾਂ ਨੇ ਬਰਬਾਦੀ ਕੀਤੀ ਸੀ। ਮੌਕਾ ਆਪਣੇ ਮੂੰਹ ਇਹ ਗੱਲ ਕਰਕੇ ਮੌਕਾ ਦਿਓ ਜੀ, ਮੌਕਾ ਹੀ ਮੈਂ ਨਾ ਹਾਂਜੀ, ਮੈਂ ਜਜ਼ਾਕੱਲਾ ਤਾਰਕ ਸਾਹਿਬ ਤੁਸੀਂ ਲੈਣਾ, ਮੈਂ ਤੁਹਾਨੂੰ ਆਪਣੀ ਵਾਰੀ ਵੀ ਦੇ ਸਕਦਾ। ਨਹੀਂ, ਉਹ ਮੈਂ ਜਿਹੜੀ ਗੱਲ ਕਰਨੀ ਸੀ ਨਾ, ਮੈਂ ਉਹ ਛੱਡ ਦਿੱਤੀ ਤਾਂ ਕਿ ਮੇਰੇ ਭਾਈ ਨੇ, ਛੋਟੇ ਨੇ ਜਾਂ ਵੱਡੇ ਨੇ, ਮੈਨੂੰ ਨਹੀਂ ਪਤਾ, ਅਲੀ ਅਕਬਰ ਸਾਹਿਬ, ਮੈਂ ਇਹਨਾਂ ਦੀ ਕਿਸੇ ਰਾਏ ਤੇ ਕੋਈ ਆਪਣੀ ਰਾਏ ਦਾ ਇਜ਼ਹਾਰ ਨਹੀਂ ਕਰਨਾ, ਕਿਉਂਕਿ ਇਹ ਮੇਰੇ ਨਾਲ ਐਵੇਂ ਹੀ ਸ਼ਿਕਵੇ ਚ ਨੇ। ਇਸ ਵਾਸਤੇ ਐਸੀ ਗੱਲ ਨਹੀਂ ਕਿ ਚਲੋ ਠੀਕ ਹੈ, ਠੀਕ ਹੈ, ਸੁਣੋ ਜੀ, ਗੱਲ ਸੁਣੋ। ਗੱਲ ਇਹ ਵੇ ਕਿ 1 ਮਿੰਟ ਤੇਰੀ ਪਾਂਦੀ ਫਾੜ ਚੁੱਕ ਲੋ। ਮੈਨੂੰ ਤੇ ਵੱਜਾ ਨਹੀਂ, ਤੁਹਾਨੂੰ ਵੱਜ ਗਿਆ। ਅੱਛਾ, ਮੈਂ ਇੰਨੀ ਗੱਲ ਕਰ ਰਿਹਾ ਵਾਂ ਕਿ ਜਿਹੜਾ ਅਲੀ ਅਕਬਰ ਸਾਹਿਬ ਨੇ ਇਤਰਾਜ਼ ਕੀਤਾ ਨਾ ਮੀਆਂ ਸਾਹਿਬ ਤੇ, ਮੈਂ ਉਹ ਕਲੀਅਰ ਕਰ ਦੇਣਾ ਵਾ। ਅਲੀ ਅਕਬਰ ਸਾਹਿਬ ਦਾ ਪਹਿਲੋਂ ਮੀਆਂ ਸਾਹਿਬ ਇਤਰਾਜ਼ ਨਹੀਂ ਕੀਤਾ। ਉਹ ਯਾਰ ਗੱਲ ਤੇ ਭਰਾਵੋ ਪੂਰੀ ਸੁਣ ਲਓ, ਤੁਹਾਨੂੰ ਉਹ ਯਾਰ ਇਤਰਾਜ਼ ਨਹੀਂ ਕੀਤਾ, ਮੇਰੇ ਅਲਫਾਜ਼ ਆ ਨਾ ਪੜ ਲਓ, ਆਪਣੇ ਅਲਫਾਜ਼ ਮੇਰੇ ਮੈਂ ਵਾਪਸ ਲੈ ਲੈਣਾ ਜੀ, ਅਲਫਾਜ਼ ਮੈਂ ਅਲਫਾਜ਼ ਵਾਪਸ ਲੈ ਲੈਣਾ ਜਿਹੜੀ ਉਹ ਠੀਕ ਹੈ ਜੀ। ਮੀਆਂ ਸਾਹਿਬ ਇਤਰਾਜ਼ ਕੀਤਾ, ਮੀਆਂ ਸਾਹਿਬ ਤੇ ਮੈਂ ਇਤਰਾਜ਼ ਨਹੀਂ ਕੀਤਾ। ਉਹ ਯਾਰ ਨਹੀਂ ਕੀਤਾ, ਉਹ ਨਹੀਂ ਕੀਤਾ, ਮੈਂ ਅਲਫਾਜ਼ ਵਾਪਸ ਲੈ ਲੈ, ਅਲਫਾਜ਼ ਵਾਪਸ ਕਮੈਂਟ ਕਰਕੇ ਮੀਆਂ ਸਾਹਿਬ ਸਾਹਮਣੇ ਬੈਠੇ ਮੈਨੂੰ ਪੁੱਛ ਸਕਦੇ ਨੇ, ਤੁਸੀਂ ਸਾਰੇ ਮੀਆਂ ਸਾਹਿਬ ਦੇ ਠੇਕੇਦਾਰ ਹੋ, ਉਹ ਜਵਾਬ ਨਹੀਂ ਦੇ ਸਕਦੇ। ਮੀਆਂ ਸਾਹਿਬ ਕਿੱਥੇ ਨੇ? ਗੁਨਾਹ ਬਖਸ਼ ਦਿਓ ਮੇਰੇ ਭਾਈ। ਅਲੀ ਅਕਬਰ ਸਾਹਿਬ, ਮੈਂ ਤੇ ਤੁਹਾਡੀ ਗੱਲ ਹੀ ਨਹੀਂ ਕੀਤੀ, ਮੈਂ ਤੇ ਆਖਿਆ ਉਹ ਅਲੀ ਅਕਬਰ ਨੇ ਸਹੀ ਗੱਲ ਕੀਤੀ ਹੈ। ਓਪਨ ਆਈਸ ਬੰਦੇ ਸੱਤ ਪੁੱਛਣ ਡਿਆ ਪਿਆ ਅਲੀ ਅਕਬਰ ਨੇ ਸਹੀ ਕੀਤਾ ਕਿ ਨਹੀਂ ਕੀਤਾ, ਤੁਸੀਂ ਉਹਨੂੰ ਸ਼ਾਤਮੇ ਆਂਦੇ ਹੋਣਾ। ਉਹਨੇ ਕੱਲ ਜਿਹੜੀ ਮੀਆਂ ਸਾਹਿਬ ਨੂੰ ਆਖਿਆ, ਮੀਆਂ ਸਾਹਿਬ ਇਹ ਹਵਾਲਾ ਗੱਲ ਤੇ ਅਲੀ ਅਕਬਰ ਤੁਸੀਂ ਤੇ ਆਪੇ ਆਪਣੇ ਤੇ ਆਪੇ ਹੀ ਲਈ ਜਾਂਦਾ ਮੇਰਾ ਵੀਰ, ਤੈਨੂੰ ਤਾਂ ਕਿਸੇ ਗੱਲ ਹੀ ਨਹੀਂ ਕੋਈ ਆਖੀ। ਚਲੋ ਉੱਥੇ ਇਹ ਸੀ ਹਵਾਲਾ। ਦੇਖੋ ਇਹ ਜਦੋਂ ਪੇਸ਼ ਕਰਦੇ ਨਾ, ਉਹ ਮੁਹੰਮਦੀ ਬੇਗਮ ਵਾਲਾ ਜਿਹੜੀ ਪੇਸ਼ਗੋਈ ਹੈ, ਉਹਨੂੰ ਪੇਸ਼ ਕਰਦੇ ਨੇ ਕਿ ਨੌਜ਼ ਬਿੱਲਾ ਮਿਨ ਜ਼ਾਲਿਕ ਮਿਰਜ਼ਾ ਸਾਹਿਬ ਨੇ ਕਿਸੇ ਦੀ ਜ਼ਰੂਰਤ ਦਾ ਨਜਾਇਜ਼ ਫਾਇਦਾ ਉਠਾਇਆ, ਕਿ ਇਹਨਾਂ ਦਾ ਕੋਈ ਪ੍ਰਾਪਰਟੀ ਡਿਸਪਿਊਟ ਸੀ, ਔਰ ਉਹਦੇ 'ਚ ਮੁਹੰਮਦੀ ਬੇਗਮ ਦੇ ਪਿਓ ਨੂੰ ਇਹਨਾਂ ਨੇ ਉਹ ਸਾਰਾ ਤੋਂ ਉਹ ਰਿਕਾਰਡਿੰਗ 'ਚ ਦੁਬਾਰਾ, ਯਾਨੀ ਇੱਕ ਜ਼ਰੂਰਤ ਦਾ ਵਿੱਚ ਮਸਲਾ ਹੈਗਾ, ਔਰ ਜ਼ਰੂਰਤ ਦੇ ਬਦਲੇ 'ਚ ਫਰਮਾਇਆ। ਦੇਖੋ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਵੀ ਜੋ ਕੀਤਾ ਅੱਲਾ ਦੇ ਇਜ਼ਨ ਨਾਲ, ਅੱਲਾ ਦੇ ਹੁਕਮ ਨਾਲ ਕੀਤਾ। ਕਿਸੇ ਵੀ ਨਬੀ ਨੇ ਜੋ ਵੀ ਕੀਤਾ ਉਹ ਆਪਣੇ ਅੱਲਾ ਦੇ ਹੁਕਮ ਨਾਲ ਕੀਤਾ, ਆਪਣੇ ਅੱਲਾ ਦੇ ਹੁਕਮ ਤੋਂ ਬਗੈਰ ਉਹ ਇੱਕ ਗੱਲ ਨਹੀਂ ਕਰ ਸਕਦਾ, ਇੱਕ ਕਦਮ ਨਹੀਂ ਪੁੱਟ ਸਕਦਾ। हज़रत मिर्ज़ा साहब ने भी जो अमल किया अल्लाह ताला दे इज़्ज़त नाल किया, अल्लाह ताला दे हुक्म नाल किया है, इन्नी एक गल है। और उस हवाले च ये चीज़ हैगी सी, और वो बरेलवियां दी किताब सी, टाइटल भी दिता सारियां नूं, क्या भी है कि भाई स्क्रीनशॉट ला लो, और हवाला भी जिहड़ा सारा पढ़ के उहदा भी क्या कि स्क्रीनशॉट ला लो। ना वो रूहानी खजाइन सी, ना कोई अल-फज़ल सी, ना बदर सी, ना तशहीर सी, ना मकसद है कि रूहानी खजाइन सी, ना कोई कलमा फसल, ना सीरा महदी सी, ना दवारे खिलाफत सी, ना सराजे मुनीर सी। हुण जे अगर इन्हां नूं कुछ नज़र आंदा है, अपने सिरे छित्तर मारन, अपनी किताब ही ने। हाँ, उन्हें किताब वाले ने भी कोई लफज गलत नहीं लिखा, और ना कोई मैं हाशिया राई की किसी किस्म की भी। जो इज्जत और अदब और एहतराम का
जिन्ना एक मेरे जैसे नाचीज को अल्फाज ऐसी मैं सारे इस्तेमाल किए ने, कोई अल्लाह माफ़ करे सोच ही नहीं सकते, मतलब सोचना की है, कर ही नहीं सकते। हाँ लेकिन जिस तरह ये करते ने अस्तगफुरुल्लाह, किसी आम इंसान के बारे नहीं इस तरह गल करनी चाहिए, जिस तरह हज़रत मसीह मौद बारे की शान बकवास करते हैं। मैं फिर आया वां, मैं थोड़ा को टाइम दे दो, मेहरबानी है, तुहाडी मेहरबानी है। मैं एक चीज़ क्लीयर करना चाहना वां जिहड़ी कि अली अकबर साहब के दिमाग दे विच मियाँ साहब ने कल एक हवाला पेश किया, ठीक है। उन्होंने नाल ये गल दसी, ये इतराज़ करते ने कि जदों हज़रत यार भाई छड़ दे, तू गल छड़ दफा कर, तू मेरियां छुट्टियां खराब करनियां, मैं छुट्टियां ते बैठा चंगा भला। आओ ब्राड साहब फिर ब्राड लवा देना सर, ਵੱਡੇ लोग जो कह देन ते फिर भाई चुप कर देना चाहिए। बैठा ते लड़े कोई ना, बस गल ही नहीं करनी, करवा तू कोई किसे गल ਕਰਨ ਦੇ ਉਹਨਾਂ ਨੂੰ ਗੱਲ ਨਹੀਂ ਮੀਆਂ ਸਾਹਿਬ ਕੋਈ ਗੱਲ ਨਹੀਂ। ਗੱਲ ਉਹ ਅਮਰਜੀਤ ਨੂੰ ਅਸੀਂ ਕਹਿ ਰਹੇ ਸੀ, ਜਿਹੜਾ ਉਹ ਤੁਹਾਡੇ ਤੇ ਬਕਵਾਸ ਕਰ ਰਿਹਾ ਸੀ ਕੱਲ, ਉਹਨੂੰ ਕਹਿ ਰਹੇ ਸੀ ਉਹੀ ਗੱਲ ਮੈਂ ਹੱਲ ਕਰਨ ਲੱਗਾ, ਉਹੀ ਗੱਲ ਹੱਲ ਕਰਨ ਲੱਗਾ। ਅਠਵਾਲ ਸਾਹਿਬ ਅਗਰ ਮੈਨੂੰ ਕਰਨ ਦਿਓ ਤਾਂ ਮੈਂ ਤੁਹਾਨੂੰ ਉਹੀ ਗੱਲ ਹੱਲ ਕਰਕੇ ਦੇਣ ਲੱਗਾ ਹਾਂ, ਠੀਕ ਹੈ। ਗੱਲ ਹੱਲ ਕਰਕੇ ਦੇਣ ਲੱਗਾ ਹਾਂ, ਤੁਸੀਂ ਇੱਕ ਮਿੰਟ ਵੇਟ ਤੇ ਕਰੋ, ਮੈਨੂੰ ਅਲਫਾਜ਼ ਤੇ ਕੱਢਣ ਦਿਓ ਮੂੰਹੋਂ, ਅਲਫਾਜ਼ ਵੀ ਨਹੀਂ ਕੱਢਣ ਦਿੰਦੇ। ਗੱਲ ਇਹ ਵੇ ਕਿ ਜਿਹੜਾ ਮੀਆਂ ਸਾਹਿਬ ਨੇ ਹਵਾਲਾ ਪੇਸ਼ ਕੀਤਾ ਸੀ ਨਾ, ਉਸ ਤੋਂ ਪਹਿਲੋਂ ਯਾਨੀ ਕਿ ਉਸ ਹਵਾਲਾ ਪੇਸ਼ ਕਰਨ ਤੋਂ ਪਹਿਲੋਂ ਮੈਂ ਬਾਰਹਾ ਦਫਾ ਮੁਖਾਲਫੀਨ ਦੇ ਮੂੰਹੋਂ ਇਹ ਇਤਰਾਜ਼ ਸੁਣ ਚੁੱਕਿਆ ਵਾਂ। ਸ਼ਾਇਦ ਅਲੀ ਅਕਬਰ ਸਾਹਿਬ ਨੇ ਨਾ ਸੁਣਿਆ ਹੋਏ, ਸ਼ਾਇਦ ਉਹਨਾਂ ਲੋਕਾਂ ਨੇ ਸੁਣਿਆ ਹੋਏ ਜਿਹੜਾ ਕਿ ਉਹਨਾਂ ਦੇ ਜ਼ਿਹਨ 'ਚ ਆਇਆ, ਪਰ ਮੈਂ ਬਜ਼ਾਤੇ ਖੁਦ ਇਹ ਇਤਰਾਜ਼ ਸੁਣਿਆ ਕਿ ਕੋਈ ਬੰਦਾ ਮਦਦ ਮੰਗਣ ਆਇਆ, ਠੀਕ ਹੈ, ਤੇ ਅੱਗੋਂ ਉਹਦੇ ਕੋਲ ਰਿਸ਼ਤਾ ਮੰਗ ਲਿਆ ਗਿਆ, ਠੀਕ ਹੈ, ਅੱਗੋਂ ਉਹਦੀ ਕੁੜੀ ਦਾ ਰਿਸ਼ਤਾ ਮੰਗ ਲਿਆ ਗਿਆ। ਇਹ ਇਤਰਾਜ਼ ਅਗਰ ਅਲੀ ਅਕਬਰ ਸਾਹਿਬ ਜਾਂ ਕਿਸੇ ਨੇ ਨਹੀਂ ਸੁਣਿਆ, ਇਹਦੇ 'ਚ ਨਾ ਮੀਆਂ ਸਾਹਿਬ ਦਾ ਕਸੂਰ ਹੈ, ਨਾ ਸਾਡਾ ਕਸੂਰ ਹੈ, ਨਾ ਉਸ ਹਵਾਲੇ ਦਾ ਕਸੂਰ ਹੈ, ਠੀਕ ਹੈ, ਨਾ ਮੁਖਾਲਫੀਨ ਦਾ ਕਸੂਰ ਹੈ, ਕਿਸੇ ਦਾ ਕੋਈ ਕਸੂਰ ਨਹੀਂ, ਕੋਈ ਮਸਲਾ ਨਹੀਂ। ਅਲੀ ਅਕਬਰ ਸਾਹਿਬ ਦੀ ਮੈਂ ਜਿਹਦੇ ਗੱਲ ਕਰਨ ਡਿਆ ਕਿ ਮੀਆਂ ਸਾਹਿਬ ਨੇ ਮੁਖਾਲਫਤ, ਇਹ ਨਹੀਂ ਮੈਂ ਕਹਿਣ ਡਿਆ ਕਿ ਮੀਆਂ ਸਾਹਿਬ ਤੇ ਇਖਤਲਾਫ ਕਰ ਲਿਆ, ਲੜਾਈ ਹੋ ਗਈ, ਨਹੀਂ, ਮੇਰਾ ਇਹੀ ਮਤਲਬ ਸੀ ਕਿ ਤੁਹਾਨੂੰ ਇਹੀ ਹੈ ਨਾ ਕਿ ਇਸ ਹਵਾਲੇ ਦੀ ਉਹਦੇ ਨਾਲ ਕੋਈ ਮਾਸਲਤ ਨਹੀਂ ਮਿਲ ਰਹੀ। ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਅਗਲਾ ਬੰਦਾ ਇਤਰਾਜ਼ ਪੇਸ਼ ਕਰਦਾ ਨਾ, ਖਾਸ ਤੌਰ ਤੇ ਇਹ ਮੁਹੰਮਦੀ ਬੇਗਮ ਵਾਲੇ ਮਾਮਲੇ ਦੇ ਉੱਤੇ, ਉਹਦਾ ਇੱਕ ਇਤਰਾਜ਼ ਨਹੀਂ ਹੈ, ਉਹਦੇ ਉੱਤੇ ਬਾਰਹਾ ਦਫਾ ਇਹ ਵੀ ਇਤਰਾਜ਼ ਆਇਆ ਕਿ ਹਾਂ ਜਾਂ ਉਹਨਾਂ ਨੇ ਰਿਸ਼ਤਾ ਕਿਉਂ ਮੰਗਿਆ, ਠੀਕ ਹੈ। ਇਹਦੇ ਉੱਤੇ ਜਿਹੜੀ ਕਹਿ ਲਓ ਕਿ ਚਪੇੜ ਮਾਰੀ ਆ ਮੀਆਂ ਸਾਹਿਬ ਨੇ, ਉਹ ਜਿਸ ਹਿਸਾਬ ਦੇ ਨਾਲ ਜਿਸ ਤਰੀਕੇ ਨਾਲ ਮਾਰੀ ਹੈ, ਉਹ ਬਿਲਕੁਲ ਠੀਕ ਜਗ੍ਹਾ ਤੇ ਲੱਗੀ ਹੈ। ਉਹਨਾਂ ਨੇ ਰਾਤ ਦਾ ਉਹ ਇਤਰਾਜ਼ ਨੂੰ ਹਜ਼ਫ ਕਰਕੇ ਵਿੱਚੋਂ ਆਂਦੇ ਨੇ ਨਹੀਂ ਸਾਡਾ ਇਤਰਾਜ਼ ਨਹੀਂ ਹੈ। ਹਾਲਾਂਕਿ ਮੁਹੰਮਦ ਅਹਿਮਦ ਸਾਹਿਬ ਇਸ ਬਰਾੜ ਦੇ ਮੋਡੀਏਟਰ ਨੇ, ਉਹਨਾਂ ਨੂੰ ਤੁਸੀਂ ਪੁੱਛ ਲਵੋ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹੀ ਇਤਰਾਜ਼ ਜਿਹੜਾ ਨਾ, ਇਹ ਇਤਰਾਜ਼ ਆਪਣਾ ਅਪਲੋਡ ਕੀਤਾ ਸੀ ਆਪਣੀ ਟਾਈਮਲਾਈਨ ਦੇ ਉੱਤੇ ਤੇ ਦੱਸਿਆ ਸੀ ਕਿ ਮੁਖਾਲਫੀਨ ਇਹ ਇਤਰਾਜ਼ ਕਰਦੇ ਨੇ, ਇਤਰਾਜ਼ ਕਰਦੇ ਨੇ ਕਿ ਹਾਂ ਜਾਂ ਅੱਛਾ ਯਾਰ ਚੁੱਪ ਕਰ ਜਾਂ ਇਤਰਾਜ਼ ਕਰਦੇ ਨੇ ਕਿ ਰਿਸ਼ਤਾ ਕਿਉਂ ਮੰਗ ਲਿਆ ਅਗਰ ਉਹਨਾਂ ਨੇ ਉਹਨਾਂ ਕੋਲ ਮਦਦ ਆ ਕੇ ਮੰਗੀ, ਉਹਨਾਂ ਕੋਲ ਜਿਹੜੀ ਮਦਦ ਮੰਗਣ ਆਈ ਸਨ, ਮਦਦ ਮੰਗੀ ਤੇ ਉਹਨਾਂ ਨੇ ਰਿਸ਼ਤਾ ਮੰਗ ਲਿਆ, ਠੀਕ ਹੈ। ਇਸ ਗੱਲ ਦੇ ਉੱਤੇ ਇਤਰਾਜ਼ ਬਾਰਹਾ ਦਫਾ ਮੈਂ ਖੁਦ ਸੁਣਿਆ, ਮੁਹੰਮਦ ਅਹਿਮਦ ਸਾਹਿਬ ਨੇ ਆਪਣੀ ਟਾਈਮਲਾਈਨ ਦੇ ਉੱਤੇ ਅਪਲੋਡ ਕੀਤਾ ਸੀ ਕਿ ਕਿਆ ਇਸ ਚੀਜ਼ ਦਾ ਜਵਾਬ ਹੈ ਵੇ, ਠੀਕ ਹੈ। ਮੁਖਾਲਫੀਨ ਹੈ ਜਿਹੜਾ ਇਤਰਾਜ਼ ਕਰਦੇ ਨੇ, ਮੁਹੰਮਦ ਅਹਿਮਦ ਸਾਹਿਬ ਦੇ ਉਸ ਵੀਡੀਓ ਦੇ ਥੱਲੇ ਮੈਂ ਬਾਰਹਾ ਦਫਾ ਇਤਰਾਜ਼ ਉਹ ਕਹਿ ਲਓ ਕਿ ਮੈਸੇਜ ਵੀ ਕੀਤੇ ਨੇ ਬਕਾਇਦਾ ਤੌਰ ਤੇ ਇਹ ਇਤਰਾਜ਼ ਚੱਲ ਰਿਹਾ ਸੀ। ਹੁਣ ਆ ਕੇ ਇਤਰਾਜ਼ ਖਤਮ ਹੋ ਗਿਆ। ਕਿਉਂ ਖਤਮ ਹੋਇਆ? ਮੀਆਂ ਸਾਹਿਬ ਨੇ ਉਹ ਹਵਾਲਾ ਕੱਢ ਦਿੱਤਾ ਕਿ ਇਹ ਕੰਮ ਹੁੰਦਾ ਹੈ। ਹੁਣ ਉਸ ਕੰਮ ਦੇ ਉੱਤੇ ਤੁਹਾਨੂੰ ਕਿਤੇ ਵੀ ਇਤਰਾਜ਼ ਨਹੀਂ ਨਜ਼ਰ ਆਉਣ ਲੱਗਾ, ਠੀਕ ਹੈ। ਤੇ ਮੀਆਂ ਸਾਹਿਬ ਨੂੰ ਬਰਾਏ ਮਿਹਰਬਾਨੀ ਇਹ ਨਾ ਕਹੋ ਕਿ ਉਹਨਾਂ ਨੇ ਹਵਾਲਾ ਕਿਉਂ ਪੇਸ਼ ਕੀਤਾ, ਉਹਦੀ ਮੁਮਾਸਲਤ ਮਿਲਦੀ ਹੈ ਨਹੀਂ ਮਿਲਦੀ, ਇਹਨੂੰ ਛੱਡ ਦਿਓ। ਇਸ ਗੱਲ ਨੂੰ ਛੱਡ ਕੇ ਤੁਸੀਂ ਇਸ ਗੱਲ ਦੇ ਉੱਤੇ ਡਿਸਕਸ ਕਰ ਸਕਦੇ ਹੋ ਕਿ ਅਲੀ ਅਕਬਰ ਸ਼ਾਤਮ ਹੈ ਵੇ ਜਾਂ ਨਹੀਂ ਸ਼ਾਤਮ, ਲੇਕਿਨ ਮੀਆਂ ਸਾਹਿਬ ਨੇ ਜੋ ਹਵਾਲਾ ਪੇਸ਼ ਕੀਤਾ ਉਹ ਬਿਲਕੁਲ ਠੀਕ ਕੀਤਾ, ਇਹਨਾਂ ਦਾ ਇੱਕ ਇਤਰਾਜ਼ ਖਤਮ ਕੀਤਾ। ਹਾਂ ਹੋਰ ਇਤਰਾਜ਼ ਹੋਣਗੇ ਇਸ ਮਾਮਲੇ ਦੇ ਉੱਤੇ, ਤੁਹਾਨੂੰ ਪਤਾ ਹੈ ਮੁਖਾਲਫੀਨ ਦੇ ਬੜੇ ਇਤਰਾਜ਼ ਨੇ, ਖਾਲੀ ਇਸ ਮਾਮਲੇ ਤੇ ਨਹੀਂ, ਬਹੁਤ ਸਾਰੇ ਮਾਮਲਿਆਂ ਦੇ ਉੱਤੇ ਇੱਕ ਤੋਂ ਇਤਰਾਜ਼ ਤੋਂ ਦੂਸਰੇ ਇਤਰਾਜ਼, ਦੂਸਰੇ ਇਤਰਾਜ਼ ਤੋਂ ਤੀਸਰੇ ਇਤਰਾਜ਼। ਹੁਣ ਪਿਛਲੇ ਦਿਨਾਂ 'ਚ ਇਹ ਕਿਹਾ ਜਾ ਰਿਹਾ ਸੀ ਕਿ ਸੰਸਾਰ ਕਰਨ ਵਾਲੀ ਗੱਲ ਦੇ ਉੱਤੇ
ਠੀਕ ਹੈ। ਅਮਨ ਨਜ਼ੀਰ ਸਾਹਿਬ ਚੀਖ ਕੇ ਕਹਿ ਰਹੇ ਸਨ ਕੁਰਾਨ ਚੋਂ ਕੱਢ ਕੇ ਵਿਖਾਓ, ਕੁਰਾਨ ਚੋਂ ਕੱਢ ਕੇ ਵਿਖਾਓ, ਕੁਰਾਨ ਮਜੀਦ ਚੋਂ ਕੱਢ ਕੇ ਵਿਖਾਓ, ਜਦੋਂ ਮੈਂ ਇੰਨੇ ਪੈਸੇ ਦੇਵਾਂਗਾ, ਮੈਂ ਇੰਨੀ ਸ਼ਰਤ ਲਾਣਾ ਵਾ। ਜਦੋਂ ਹਵਾਲਾ ਪੇਸ਼ ਕੀਤਾ ਗਿਆ ਤਫਸੀਰਾਂ ਚੋਂ, ਤਰਜਮਿਆਂ ਚੋਂ, ਠੀਕ ਹੈ, ਨਾਲ ਹੀ ਉਹਨਾਂ ਨੇ ਇਤਰਾਜ਼ ਚੇਂਜ ਕਰ ਲਿਆ। ਨਹੀਂ, ਮੇਰਾ ਇਹ ਮਕਸਦ ਸੀ ਕਿ ਤੁਸੀਂ ਆਪਣੀ ਕੁਰਾਨ ਚੋਂ ਕੱਢ ਕੇ ਦਿਓ। ਸੋ ਗੱਲ ਚ ਅਕਲ ਚੈੱਕ ਕਰੋ ਲੋਕਾਂ ਦੀ। ਇਤਰਾਜ਼ ਚੇਂਜ ਕਰਨ ਵਾਲੇ ਇਸ ਤਰ੍ਹਾਂ ਇਤਰਾਜ਼ ਚੇਂਜ ਕਰ ਲੈਂਦੇ ਨੇ, ਠੀਕ ਹੈ। अस्सलाम वालेकुम। ਵਾਲੇਕੁਮ ਸਲਾਮ ਜੀ, ਜੋਈਆ ਸਾਹਿਬ ਕਰੋ ਗੱਲਬਾਤ। हाल चाल जी ठीक ठाक है। ਜੀ ਬਿਲਕੁਲ। ਅੱਛਾ, ਇਹ ਗੱਲ ਇਹ ਵੀ ਕਿ ਸਾਰਿਆਂ ਨੂੰ ਕਹਿੰਦੇ ਨੇ ਸ਼ਾਤਮ ਨੇ, ਅਲੀ ਅਕਬਰ ਨੂੰ ਵੀ ਕਹਿੰਦੇ ਨੇ, ਮੀਆਂ ਸਾਹਿਬ ਨੂੰ ਵੀ ਕਹਿੰਦੇ ਨੇ, ਸਾਰੀ ਜਮਾਤੇ ਅਹਿਮਦੀਆ ਨੂੰ ਇਹ ਸ਼ਾਤਮ ਕਹਿੰਦੇ ਨੇ। ਤੇ ਇਹ ਤੇ ਇਲਜ਼ਾਮੀ ਜਵਾਬ ਦਾ ਇਹਨਾਂ ਕੋਲੋਂ ਬੰਦਾ ਇਹ ਪੁੱਛੇ ਕਿ ਇਲਜ਼ਾਮੀ ਜਵਾਬ ਹੁੰਦਾ ਕਿਹਦੇ ਵਾਸਤੇ ਵੇ? ਇਲਜ਼ਾਮੀ ਜਵਾਬ ਬੇਸਿਕਲੀ ਹੁੰਦਾ ਮੁਨਕਰੀਨ ਵਾਸਤੇ ਨੇ। ਇਹ ਮਿਰਜ਼ਾ ਸਾਹਿਬ ਦੇ ਮੁਨਕਰੀਨ ਹੈ ਨੇ ਨਾ, ਤੇ ਅਸਾਂ ਇਹਨਾਂ ਨੂੰ ਸਮਝਾਉਣ ਵਾਸਤੇ ਇਲਜ਼ਾਮੀ ਜਵਾਬ ਹੀ ਦੇਣੇ ਨੇ। ਉਹ ਵੀ ਇੰਟੈਲੈਕਚੁਅਲ ਵਾਸਤੇ ਹੀ ਹੁੰਦਾ ਹੈ ਇਲਜ਼ਾਮੀ ਜਵਾਬ। ਇਹਨਾਂ ਲੋਕਾਂ ਨੇ ਸ਼ਾਤਮੀਅਤ ਦਾ ਟੈਗ ਲਾ ਦਿੱਤਾ ਹੈ ਨਾਲ। ਇੰਨੀ ਕੁ ਤੇ ਇਹਨਾਂ ਦਾ ਕੈਲੀਬਰ ਹੈ ਅੰਡਰਸਟੈਂਡਿੰਗ ਦਾ। ਇਹ ਤੁਸੀਂ ਓਪਨ ਆਈ ਭਾਈ, ਤੁਸੀਂ ਆ ਗੱਲ ਨੂੰ ਜ਼ਰਾ ਅੰਡਰਸਟੈਂਡ ਕਰੋ, ਕਿਉਂਕਿ ਤੁਹਾਡਾ ਐਕਸੈਸ ਹੁੰਦਾ ਇਹਨਾਂ ਦੇ ਨਾਲ। ਛੋਟੀ ਜੀ ਗੱਲ ਸੁਣ ਲਓ ਮੇਰੀ। ਜੀ ਤੁਸੀਂ ਮੇਰੀ ਗੱਲ ਨੂੰ ਨਾ, ਤੁਸੀਂ ਸਾਰੇ ਪਤਾ ਨਹੀਂ ਅਹਿਮਦੀਆਂ ਦਾ ਵੀ ਜ਼ੇਨ ਕਿੱਥੇ ਚਲਾ ਗਿਆ। ਮੈਂ ਕੱਲ ਵਾਸ਼ਗਾ ਫਿਲਫਾਜ਼ੇ ਕਿਹਾ, ਹੁਣ ਵੀ ਕਹਿ ਰਿਹਾ ਉਹ ਵੀ ਇਲਜ਼ਾਮੀ ਜਵਾਬ ਇਹ ਮੈਂ ਕਿਸੇ ਹੋਰ ਰੰਗੇ ਦਿੱਤਾ, ਤੁਸੀਂ ਉਹ ਵੀ ਨਹੀਂ ਸਮਝਦੇ ਪਏ। ਮੈਂ ਇਹ ਗੁਜ਼ਾਰਿਸ਼ ਕਰ ਰਿਹਾ ਕਿ ਜਿਹੜੇ ਵੇਖੋ ਜੀ, ਜ਼ਫਰੁੱਲਾ ਸ਼ਾਹ ਦੇ ਵੀ ਮੂੰਹ 'ਚ ਇਹਨਾਂ ਨੇ ਗੱਲ ਪਾਈ ਹੈ, ਅਲਾਮਾ ਸਾਹਿਬ ਨੇ ਗੱਲ ਕੱਢੀ ਹੋਈ ਹੈ ਕਿ ਜੀ ਉਹਦੇ ਦਸਖਤਾਂ ਵਾਲਾ। ਮੈਂ ਇਹ ਅਰਜ਼ ਕੀਤੀ ਕਿ ਜੇ ਅਗਰ ਹਜ਼ਰਤ ਮਸੀਹ ਨੇ ਇਹ ਕੰਮ ਇਹਨਾਂ ਕੋਲੋਂ ਅੱਲਾ ਨੇ ਨਾ ਕਰਾਇਆ ਹੁੰਦਾ ਤੇ ਅੱਜ ਇਹਨਾਂ ਨੇ ਹਜ਼ਰਤ ਮਸੀਹ ਮੌਤ ਤੇ ਇਹ ਇਲਜ਼ਾਮ ਲਾਉਂਦੇ ਪਿਆ ਹੋਣਾ ਸੀ ਕਿ ਇਹ ਗੱਲ ਮਿਰਜ਼ਾ ਸਾਹਿਬ ਨੇ ਪੂਰੀ ਨਹੀਂ ਕੀਤੀ, ਇਸ ਲਈ ਵੀ ਇਹ ਝੂਠੇ ਨੇ। ਜੀ ਮੀਆਂ ਸਾਹਿਬ, ਤੁਹਾਡੀ ਇਹ ਗੱਲ ਇੱਧਰ ਵੀ ਆਣ ਲੱਗੇ ਸੀ। ਦੇਖੋ ਗੱਲ ਐਵੇਂ ਕਿ ਨਹੀਂ, ਉਧਰ ਹੁਣ ਤਾਂ ਕੋਈ ਨਹੀਂ ਆਇਆ, ਮੈਨੂੰ ਪਤਾ। ਮੇਰੀ ਅਰਜ਼ ਸੁਣੋ, ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣ ਲਓ। ਘਰ ਜਮਿਆ ਦੇ ਦੰਦ ਗਿਣੀਆਂ ਕਿ ਸਾਰ ਮੈਨੂੰ ਆਪਣੀ ਉਮਤ ਦਾ ਪਤਾ, ਆਪਣੀ ਅਹਿਮਦੀਅਤ ਦਾ ਪਤਾ ਹੈ। ਐਡਾ ਦਿਮਾਗ ਇਹਨਾਂ ਚ ਹੁੰਦਾ ਤੇ ਇਹਨਾਂ ਨੂੰ ਅਮਰ ਨਜ਼ੀਰ ਵਰਗਾ ਤੇ ਜ਼ਫਰੁੱਲਾ ਸ਼ਾਹ ਵਰਗੇ ਬੰਦੇ ਚਾਰੀ ਫਿਰਦੇ, ਔਰ ਇਹਨਾਂ ਤੇ ਸ਼ਾਤਮੀਤਾ ਲਾਉਂਦੇ ਫਿਰਦੇ। ਇਹਨਾਂ ਅੱਲਾ ਨੇ ਕਿੱਥੋਂ ਦਿਮਾਗ ਦਿੱਤਾ ਇਹਨਾਂ ਨੂੰ? ਦਿੱਤਾ ਮੈਨੂੰ ਵੀ ਨਹੀਂ ਹੈਗਾ। ਚਲੋ ਮੈਂ ਕੋਈ ਵੱਡਾ ਕੋਈ ਐਡਾ ਨਹੀਂ ਹੈਗਾ, ਲੇਕਿਨ ਭਾਰਤ ਦੁਸ਼ਮਣ ਦੀ ਚਾਲਾਂ ਦਾ ਕੰਮ ਨਹੀਂ ਚਾਹੀਦਾ। ਦੇਖੋ ਗੁਲਾਮ ਨੇ ਉਹਨਾਂ ਦੀ ਸੁਨਨਤ ਪੂਰੀ ਕੀਤੀ ਰਸੂਲੁल्लाह सल्लल्लाहु अलैहि वसल्लम। लेकिन मैं कह रहा कि ਉਹਨਾਂ ਕੋਲ ਅੱਲਾ ਨੇ ਕਰਾਇਆ ਹੈਗਾ, ਕਿਉਂਕਿ ਵਾਖਰੀ ਨਾ ਮੈਨੂੰ ਲੰਮਾ ਯਲ ਕੋਬੇ ਹੁੰਦੀ। ਮੈਂ ਆਇਤ ਵੀ ਨਾਲ ਲਾਈ ਸੀ ਕਿ ਜਿਸ ਬੰਦੇ ਨੇ, ਆਮ ਬੰਦਾ ਨਹੀਂ ਰਸੂਲ ਪਾਕ ਦੀ ਸੁਨਨਤ ਤੋਂ ਹਰਾਫ ਕਰ ਸਕਦਾ ਜਾਂ ਉਹਨਾਂ ਦੇ ਅਮਲ ਨੂੰ, ਤੇ ਉਹ ਕੋਸ਼ਿਸ਼ ਕਰੇਗਾ ਕਿ ਹੋਵੇ। ਇੱਕ ਬੰਦਾ ਜਿਹਦਾ ਦਾਵਾ ਹੀ ਹੈ ਕਿ ਮੈਂ ਕੋਈ ਚੀਜ਼ ਹੈਗਾ ਜਿਹੜਾ ਨਬੀ ਪਾਕ ਜਾਂ ਅੱਲਾ ਨੇ ਬਸ਼ਾਰਤਾਂ ਦਿੱਤੀਆਂ ਸੀ ਉਮਤ ਮੁਸਲਮਾਨ ਨੂੰ। ਮੈਂ ਕਿ ਅੱਜ ਇਹਨਾਂ ਦੇ ਮੂੰਹ 'ਚ ਇਹ ਇਤਰਾਜ਼ ਹੋਣਾ ਸੀ ਕਿ ਜੀ ਰਸੂਲ ਪਾਕ ਸੱਲੱਲਾਹੁ अलैहि वसल्लम ਦੀ ਜ਼ਿੰਦਗੀ ਤੇ ਇਹ ਵਾਕਿਆ ਵੀ ਆਇਆ ਤੇ ਮਿਰਜ਼ਾ ਸਾਹਿਬ ਨੇ ਕੀਤਾ ਹੈਗਾ। ਕਿਉਂਕਿ ਮਿਰਜ਼ਾ ਸਾਹਿਬ ਨੇ ਵਾਕਿਆ ਨਹੀਂ ਇਹਨਾਂ ਕੋਲ ਹੋਇਆ, ਇਸ ਲਈ ਤਾਂ ਵੀ ਇਹ ਝੂਠੇ ਨੇ। ਮੈਂ ਤੇ ਇਹ ਗੱਲ ਕੀਤੀ ਹੈਗੀ। ਮੀਆਂ ਸਾਹਿਬ, ਮੈਂ ਤੁਹਾਡੀ ਗੱਲ ਵੀ ਠੀਕ ਹੈ ਤੇ ਦੂਜੀ ਗੱਲ ਵੀ ਠੀਕ ਹੈ, ਦੋਵੇਂ ਨਾਲ ਹੀ ਚੱਲਦੀਆਂ ਨੇ ਨਾ ਪਈਆਂ। ਸਿਰਫ ਇੰਨੀ ਦੀ ਗੱਲ ਹੈ। ਤੁਸੀਂ ਗੱਲ ਜਿਹੜੀ ਕੀਤੀ ਉੱਥੇ ਮਿਰਜ਼ਾ ਸਾਹਿਬ ਨੇ ਕਿਹਾ ਸੀ ਕਿ ਭਾਈ ਇੱਕ ਦਿਨ ਖਲੋ ਜਾ, ਮੈਂ ਇਸਤਾਰਾ ਕਰ ਲਵਾਂ। ਇਸਤਾਰਾ ਕਰਨ ਤੋਂ ਬਾਅਦ ਆ ਕੇ ਤੇ ਇਹ ਜਿਹੜੀ ਮੀਆਂ ਸਾਹਿਬ ਗੱਲ ਪੇ ਕਰਦੇ ਨੇ, ਇਹ ਬਿਲਕੁਲ ਠੀਕ ਹੈ, ਕਿਉਂਕਿ ਉਹ ਅੱਲਾਹ ਤਾਲਾ ਦਾ ਮਨਸੂਬ ਹੁੰਦੀ ਹੈ ਗੱਲ ਕਿ ਅੱਲਾਹ ਤਾਲਾ ਨੇ ਕਰਵਾਇਆ ਹੈ। ਤੇ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ, ਤੇ ਖੁਦਾ ਤਾਲਾ ਨੇ ਕਰਵਾਇਆ, ਸਾਡਾ ਇਹਦੇ ਤੇ ਬਲੀਵ ਹੈ, ਗੱਲ ਖਤਮ। ਤੇ ਰਸੂਲੁल्लाह सल्लल्लाहु अलैहि वसल्लम ਕੋਲੋਂ ਵੀ ਖੁਦਾ ਤਾਲਾ ਨੇ ਕਰਾਇਆ ਸੀ। ਉਹਦੇ ਵਿੱਚ ਵੀ ਇੱਕ ਰਸੂਲੁल्लाह सल्लल्लाहु अलैहि वसल्लम ਨੇ ਪੌਜ਼ ਲਿਆ ਸੀ। तो ਉੱਥੇ ਫਿਰ ਅੱਲਾਹ ਤਾਲਾ ਨਾਲ ਤਾਰਾ ਮਿਲੀਆਂ ਸਨ ਰਸੂਲੁल्लाह सल्लल्लाहु अलैहि वसल्लम ਦੀਆਂ। ਉਸ ਟਾਈਮ ਤੇ ਫਿਰ ਰਸੂਲੁल्लाह सल्लल्लाहु अलैहि वसल्लम ਨੇ ਬਸ਼ਾਰਤ ਪਾਈ ਹੋਣੀ ਹੈ ਕੋਈ ਨਾ ਕੋਈ, ਤੇ ਫਿਰ ਰਸੂਲੁल्लाह सल्लल्लाहु अलैहि वसल्लम ਨੇ ਖਲੋਤੇ ਪੈਰੇ ਫੈਸਲਾ ਕੀਤਾ ਸੀ ਤੇ ਉਹਨਾਂ ਨੇ ਉਹਨਾਂ ਅੱਗੇ ਪ੍ਰਪੋਜ਼ਲ ਰੱਖ ਦਿੱਤਾ ਸੀ। ਹੁਣ ਕੀ ਪ੍ਰੋਬਲਮ ਕੀ ਇਸ ਗੱਲ ਦੇ ਵਿੱਚ? ਮੈਂ ਇਹ ਆਨਾ ਵਾ ਕਿ ਚੀਕਾਂ ਕਿਹੜੀਆਂ ਗਲਤੀਆਂ ਮਾਰਦੇ ਨੇ ਪਏ। ਫਿਰ ਹੁਣ ਮੀਆਂ ਸਾਹਿਬ ਨੇ ਇੱਕ ਹਵਾਲਾ ਦਿੱਤਾ ਹੈ ਉਸ ਬੁਨਿਆਦ ਉੱਤੇ ਜਿਹੜਾ ਤੁਸੀਂ ਮਿਰਜ਼ਾ ਸਾਹਿਬ ਦੇ ਉੱਤੇ ਬਾਰ-ਬਾਰ ਇਲਜ਼ਾਮ ਦੇ ਤੌਰ ਤੇ साहेब, आपको पता है मामला क्या चल रहा है? जी दसो की चलता पे इमोशनल ना हो। अच्छा, इमोशनल हो रहे ने, इतने भी इमोशनल हो रहे ने, ठीक है। अच्छा, अब मामला सीधा हो गया ना, हल हो गया। आपको नहीं पता था? नहीं, मामला ना तो मियाँ साहब मामला आपका भी नहीं था। टू बी ऑनेस्ट मैं आपको बताऊं, टू बी वेरी फेयर, जो ये साहब मामला मियाँ साहब का कोई नहीं था, ठीक है। ना ही हम उन्हें कह रहे थे कि आपने ये हवाला क्यों पेश किया। बात सिर्फ हो रही थी कि उनकी, मैं शो करना चाह रहा था मुखालिफिन की क्रेडिबिलिटी, उनकी इंटेग्रिटी, कि वो कहाँ खड़े हैं। मैं आमिर नज़ीर की इस बात, अभी वो राजा साहब आए थे, उनसे मैंने क्या पूछा था, मैंने कहा था तुम आप ये अली अकबर के साथ क्यों नहीं बैठना चाहते या उसको शातिम क्यों समझते हैं, ठीक है।
ना तो मैं आपको गलत कह रहा था, मैं सिर्फ चाह रहा था उनका असल चेहरा सामने आए, ठीक है। वो किसी भी हालत में हमें शातम ही कहेंगे, मुझे पता है, लेकिन मैं ये लोगों के सामने साबित करना चाहता हूँ कि उनका कोई स्टैंडर्ड नहीं है। हाँ, तो एक वो बात अली मेरी भी सुन लें, मेरी बात सुन लें जी। ये जो हमें मर्जी के अंबिया के मानने वालों को बहुत कुछ कहा जाता है, सब कुछ कहा जाता है, चीरा भी जाता है, पत्थर भी रखे जाते हैं, गालियां भी दी जाती है, सब कुछ किया जाता है, और दज्जालीपन किया जाता है कि जो चीज़ खुद में हो वो दूसरों उन पे मकसद डाली जाती है। तो ये हज़रत मूसा के मुनकरीन की औलाद हैं, ये हज़रत ईसा के मुनकरीन की औलाद हैं, इनसे हमें कोई किसी किस्म का गिला शिकवा नहीं। जो अंबिया के मुनकर होते हैं, मुरसलों के मुनकर होते हैं, वो दज्जाल और कज़ाब भी होते हैं, और वो अपने दूसरों नबियों की बातों को उल्टा कर पेश करते हैं, और उनके मानने वालों की बातों को उल्टा के पेश करते हैं, अपना मतलब कि कज़ाबपन और दज्जालपन दुनिया पे फ़रेब साबित करने के लिए। तो इसलिए इनकी किसी बात का कोई असर लेना अपने आप को सबसे बड़ा बेवकूफ़ समझने वाली बात है। लेकिन इनके कितने मामलात हैं, और ये मुखालफिन की भी ये जो है ना, अबू जहल, अबू लहब, और जो जिस नबी के मुनकर और दुश्मन थे, ये उनकी सुन्नत पे अमल कर रहे हैं, उनके अमल पे अमल कर रहे हैं। तो इनसे गिला किस बात का है? अल्लाह ने उनकी ड्यूटी लगाई हुई है। ठीक है मियाँ साहब, मेरी बात सुने, मियाँ साहब गिला कोई नहीं है जी। ਓਪਨੈਸ ਭਾਈ ਤੁਸੀਂ ਵੀ ਗੱਲ ਛੱਡੋ, ਦੇਖੋ ਮੈਂ ਉੱਤੇ ਆਂਦੇ ਹੀ ਤੁਹਾਨੂੰ ਇੱਕ ਗੱਲ ਕੀਤੀ ਸੀ, ਉਹ ਮੈਂ ਤੁਹਾਨੂੰ ਇਲਮੀ ਜਵਾਬ ਦਿੱਤਾ ਹੈ, ਇਹਨੂੰ ਤੁਸੀਂ ਉਹ ਫਜ਼ੂਲ ਜਿਹਾ ਜਵਾਬ ਨਾ ਸਮਝੋ। ਤੁਹਾਨੂੰ ਮੈਂ ਜਿਹੜਾ ਕਿਹਾ ਹੈ ਕਿ ਇਲਜ਼ਾਮੀ ਜੋ ਇਲਜ਼ਾਮ ਕੀ ਹੁੰਦਾ ਵੇ, ਕੌਣ ਇਲਜ਼ਾਮ ਲਾਤਾ ਹੈ? ਜਿਹੜਾ ਮੁਖਾਲਿਫ ਹੁੰਦਾ मैंने आपके जवाब को नहीं कहा, सॉरी। ਉਹਦਾ ਇੱਕ ਮਿੰਟ ਇਲਜ਼ਾਮ ਜਿਹੜਾ ਮੁਖਾਲਿਫ ਲਾਂਦਾ ਹੈ, ਉਹਦਾ ਇਲਜ਼ਾਮੀ ਜਵਾਬ ਉਹਦੀ ਮੁਸਲਮਾਤ ਤੋਂ ਹੁੰਦੀਆਂ ਨੇ। ਇਹ ਆਂਦੇ ਨੇ ਬੁਖਾਰੀ ਖੋਲ ਕੇ ਸ਼ਾਤਮੀਅਤ ਕਰਦੇ ਨੇ, ਇਹ ਗੋਇਆ ਇਹ ਕਹਿਣਾ ਚਾਹ ਰਹੇ ਨੇ ਕਿ बुखारी पढ़ना शातमियत है, या बुखारी ने या बुखारी ਨੂੰ ਤੁਸੀਂ शातमियत ਕਹਿ ਰਹੇ ਹੋ? मेरी गल सुनो, समझो जरा, मैंने आपके जवाब को गलत नहीं कहा, मैंने कहा ये टॉपिक चल रहा है ना, मेरी बात सुने। ओहो खुदा के बंदे, बात पूरी होने दे। जो एक बात कर रहा है बंदा, उसकी बात को बिल्कुल आप मिट्टी कर देते हैं। आप पहले अंडरस्टैंड करें बात को। आपकी जो आपने अभी बात की है कि जी ये मुद्दा है, उस मुद्दे की जो इस मुद्दे की जो जड़ है ना, वो यही है। सबसे पहली जो अंडरस्टैंडिंग होती है उसको आप पकड़े पहले कि हम कहना क्या चाह रहे हैं। अकबर अली या मियां साहब या जोया बैठ के अगर मेरे पे एक मुनकर, वो मुनकर जो वक्त के इमाम का मुनकर है, ठीक है, वक्त के इमाम और उम्मती नबी का मुनकर है, वो आगे इल्जाम लगाता है, और वो ऐसा इल्जाम लगाता है जो इल्जाम लगाने वाले की मुसलमात से जवाब देना साबित है, तो मैं उसको जवाब दे रहा हूं। इसको वो शातमियत अंब लैन वास्ते बनाते ने, पहला एदा जवाब देना। और अकबर अली को वो 1000 दफा कहता रहे, जिस तरह मियां साहब ने कहा सानू की फर्क पैंदा है, वो ना करे गल, सानू कोई फर्क नहीं पैंदा। पर बात हम ये आपको समझाने की कोशिश कर रहे हैं कि ये जो इल्जाम लगाते हैं, ये प्रेशर डेवलप करते हैं, क्योंकि इनके पास जवाबात कोई भी नहीं है। ये लोग चाहते हैं कि जमाते अहमदिया के ऊपर जुल्म हो, ये लोग चाहते हैं कि हमें पेंट किया जाए कि हम रसूलुल्लाह सल्लल्लाहु अलैहि वसल्लम की जात में ऐसी चीजें रखते हैं कि मिर्जा साहब को नाउजुबिल्लाह रसूलुल्लाह सल्लल्लाहु अलैहि वसल्लम से ऊपर समझते हैं। ये जानबूझ के ऐसा पेंट करना चाहते हैं हमें, जिसकी वजह से ये लोग आपके पास आके एक मुफस्सल डिस्कशन नहीं करना चाहते। वो हर चीज को के ऊपर सिर्फ डुगडुगी बजाना चाहते हैं और बंदर नचाना चाहते हैं, और अभी तक बंदर ही नाच रहे हैं उनके साथ, उनके चारों तरफ। तो वो जो बंदर नचेंगे ना, उसका हमें कोई फर्क नहीं पड़ता। चीतिया ते शेरां नूं कोई फर्क नहीं पैंदा बंदरां दे नचण नाल। सो ये हम आपको समझा रहे हैं कि सबसे पहले ये समझना चाहिए कि अगर कोई बंदा उठ के अपनी अंडरस्टैंडिंग के मुताबिक बुखारी की कोई हदीस पेश करता है, इसका अब उनके ऊपर बनता है कि वो एक उसका मुफस्सल जवाब दे जो इल्मी जवाब हो। ये उनके ऊपर लाजिम हो जाता है कि वो इसका जवाब दे। अच्छा, मैं जया भाई एक आखिरी गल करना, फिर तुसी करना। जी जी। अच्छा ओपन आइज भाई, मसला पता क्या हुआ है? मसला है कि पीड़ा होर ते फकियां होर। असल जड़ी पीड़ है ना, वो कड्डण बाहर। वो की हैगी है कि 2 2.5 3 महीने तो जो इन्हों का अपना खुद साख्ता एक मसला बना हुआ है, तो वो जो अंदर जमा हो गई है ना, वो अब सारी कब्ज हुई पड़ी है, निकल नहीं रही किसी मकसद के डायलॉग में अहमदी के सामने आमने सामने।
क्योंकि घर से मसला बना हुआ है। तो अब ज़ाहिर बात है वो जब अंदर इतना मुआजमा हो जाए तो वो फिर जहर बनना शुरू हो जाता है। तो अब किसी ना किसी तरीके से वो निकालना तो है ना। अब हमारे भी कुछ साथी ऐसे हैं जियाले जिनको तबलीग बहुत होती है, वो ना वक्त देखते हैं ना मौका देखते हैं, तो वो चढ़ जाते हैं। और हम किसी पे दरोगा नहीं कि हम किसी को रोकें। सीधी बात है, अपना अपना हर एक का दिमाग है, जिधर मर्जी चला करता फिरे। उनको खुद हर एक को खुद चाहिए कि वो अपना फैसला खुद करे, इज्जत और एहतराम वाला। अब अगर कोई नहीं करता तो ठीक है। मुझे कल भी ये हवाले मेरे पास कोई आज के नहीं पड़े, मेरे पास बहुत अरसों के पड़े। मैंने कभी हवाला देने की मुझे शौक नहीं है, हाँ, लेकिन जब एक सर्टेन टाइम पे सर से पानी गुजर रहा हो ना, तो फिर मैं हवाला देता हूँ। लेकिन जिस तरह अल्लाह के फल से मैंने हवाला दिया, इस तरह मुझे अपनी तारीख में कोई निकाल के कि किसी ने इस तरह हवाला दिया है। अब आप अगर उसको इस तरह गलत रंग में इस्तेमाल करते हैं तो वो इनकी अपनी रसूलुल्लाह सल्लल्लाहु अलैहि वसल्लम के जो इनके ज़हन में उनका मयार है उसके मुताबिक ये कर रहे हैं। मैंने तो अल्लाह के फल से 2 मिनट मुझे भी चाहिए, मैं बात करना चाहता हूँ। अच्छा, वो आपने हवाला दिया, मैंने स्क्रीनशॉट लिया, फिर मैंने पढ़ा भी वो जाके सारा। उसमें ये है कि जो जजिया था मुसलमानों का वो हुजूर सल्लल्लाहु अलैहि वसल्लम ने अदा कर दिया, और उम्मे जुवेरिया से दरख्वास्त की कि मैं आपसे निकाह करना चाहता हूँ, तो वो निकाह कर लिया उन्होंने ना। तो ये जो हज़रत मसीह मौद वाला मामला था, ये अहमद बेग साहब की ज़मीन का कोई मसला था, तो ज़मीन की रजिस्ट्री पे साइन होने थे, तो हुजूर ने कहा कि मैंने इस्तिखारा करना है। बात सुन लेना, बात सुन लें। तो इस्तिखारा करना है, तो फिर मैं आपको बताऊंगा। तो जो ये कहते हैं गैर जमात, तो फिर मैं वो साइन करूंगा। तो फिर आपने रिश्ता मांगा तो वो नहीं हुआ। तो ये दोनों चीज़ें मुझे तो यही मुनासिब लगा कि दोनों चीज़ें आपस में एक ही हैं, इनका कंटेस्ट एक ही है बनता। जजिया देना या ज़मीन का जो है वो हिस्सा लेना, वो एक ही चीज़ बन जाती है। इस पे थोड़ी रोशनी डाल दें आप ना। अच्छा, इस पे मैंने रात को हमने सारी रोशनी डाली है प्रोग्राम में, वो सारा मैंने यूट्यूब पे चढ़ा दिया। बार बार एक बात को दोहराए ना तो आगे और बातें निकलती हैं। अल्लाह और उसके रसूल और हज़रत मसीह मौद का ये फरमान है कि कम से कम बोलो और ज़्यादा से ज़्यादा सुनो। ये जो हम ज़्यादा से ज़्यादा हम बोलते हैं ना, इसमें दुश्मन को और कई बातें फिर मिल जाती हैं जो रेलिवेंट नहीं होती, फिर नए मुकदमे खुल जाते हैं। इसलिए मोमन जो होता है वो जितना कम बोले उसी में ही बरकत होती है। तो ऊपर भाई किस्सा मुख्तसर ये है कि इनका अपने घर का जो प्रॉब्लम बना हुआ है ना एक डायलॉग के सिलसिले में, ज़ाहिर बात है कोई चीज़ जितने ज़्यादा देर पड़ी रहे ना यूज़ में आए तो वो बो मार जाती है। तो अब वो बो मार रहा है, लेकिन अब भाई ये तो आपके घर का मामला, आपने अपने लोगों को समझाना है इस मामले पे। तो वो आप अपना लोगों को समझाएं कि ये इस तरह नहीं है, ये जो जिस वजह से ये सारा डायलॉग बंद हुआ है। और अगर नहीं तो हमें तो कोई ज़रूरत नहीं है। मैंने तो अपनी लाइफ पे भी अपने अहमदियों को भी कहता है कि भाई जहाँ अगले लैसलात व सलाम नहीं करने देते, जो उत्थे जाना जी तो फिर लैसलात व सलाम ना करो, फिर दज्जाल कज़ाब की क्वाली ना कराओ। जो जिसको पता है कि यहाँ पे उन्होंने ये कानून रखा हुआ है और फिर जाके वो लैसलात व सलाम करता है, तो इसका मतलब है हज़रत मसीह मौद की तौहीन उसने की है। इसी तरह किसी गैर अहमदी को बर्दाश्त नहीं हमारी लाइफ पे आके ये सुनना, तो वो हमारी लाइफ पे ना आए। बिस्मिल्लाह। हम ना उसकी मकसद दिल आज़ारी चाहते हैं और ना अपनी दिल आज़ारी और ना अपनी मोहब्बत जो है उसको कुर्बान कर सकते हैं। बात खत्म। चले सही हो गया जज़ाकल्लाह। बाकी ये कि सर नहीं ज़बरदस्त ठीक है। वही मैं कहा था कि आपस में लड़ने की ज़रूरत नहीं है, जो आपस में लड़ने की ज़रूरत नहीं है। जो मुखालिफिन हैं और जो प्रोपेगेंडा करते हैं उसको एक्सपोज करना भी ज़रूरी होता है कभी कभी, और हर एक का अपना तरीका होता है उसको करने का। तो बाकी वो तो आप इनके करीब से भी गुजर जाएंगे तो वो तो आपको और कुछ भी ना करते, आपको नौज़बिल्ला मुनकर रसूल तो समझ जाना कि आप रसूलुल्लाह की उम्मत नहीं है, तो आप तो शातम है, आप काफर हैं। इतनी बात है। ठीक है, सही हो। बाकी अल्लाह और उसके रसूल ने कोई हुक्म नहीं दिया कि आप अपनी मुखालफत में इख्तलाफ में किसी के बुजुर्ग को, किसी के मकसद बिलीव को एनी टाइम हिट करें। अगर तो कहीं अल्लाह और उसके रसूलों ने ये हुक्म, तमाम रसूलों ने, एक को भी छोड़ दें, सब रसूलों ने, क्योंकि इस्लाम हज़रत इब्राहिम का दीन है, हज़रत आदम के लिए दीन भेजा था, और मुसलमान जो है वो हज़रत इब्राहिम को अल्लाह ताला ने मुसलमान कहा है।
ठीक है, तो शुक्रिया भाई, जज़ाकल्लाह। चले ठीक है जी, जज़ाकल्लाह सबका। और किसी ने कुछ कहना है, कोई बात हो तो कह दें, उसके बाद बंद करते हैं ब्रो, जुमे का टाइम हो रहा है। तो ये बंद ही कर दो, मैंने जब कहना था आपने रोक दिया, और मैंने अकबर भाई से यही गुजारिश करनी है, मैंने प्यार मोहब्बत की बातें करनी है, कर लें कि उनसे आपको बहुत लगाव है, कर लें। ਨਹੀਂ ਆ ਕਲੋਜ਼ਿੰਗ ਕੰਟੈਕਟ ਕਲੋਜ਼ਿੰਗ ਰਿਮਾਰਕਸ ਲਵੋ ਨਾ ਅਲੀ ਅਕਬਰ ਸਾਹਿਬ ਕੋਲੋਂ ਇਹ ਕੀ ਕਹਿੰਦੇ ਨੇ, ਕੀ ਆਂਦੇ ਸਰ? ਮੈਂ ਜਦੋਂ ਆਇਆ ਹਾਂ ਤੇ ਇਹ ਵੀ ਤਾਂ ਥੋੜੇ ਜਿਹੇ ਕੀ ਆਂਦੇ ਕੀ ਨੇ, ਇਹਨਾਂ ਦੀ ਵੀ ਤਾਂ ਗੱਲ ਸੁਣੀਏ ਜੀ। ਅਸਲਾਮ ਅਲੈਕੁਮ ਬਜ਼ੁਰਗੋ, ਤੁਹਾਡੀ ਸਿਹਤ ਕਿਵੇਂ ਹੈ ਪਹਿਲਾਂ ਇਹ ਦੱਸੋ। ਅਲਹਮਦੁਲਿਲਾ, ਅੱਲਾ ਦਾ ਇਹਸਾਨ ਹੈ, ਮੈਂ ਕੰਮ ਤੇ ਚੜ ਗਿਆ। ਮਾਸ਼ਾਅੱਲਾ ਮਾਸ਼ਾਅੱਲਾ, ਬਸ ਚੜ ਕੇ ਰਵੇ ਅਜੇ। ਇੰਨੀ ਅਰਜ਼ ਕਰਨੀ ਹੈ, ਅਗਰ ਇਹਨਾਂ ਨੂੰ ਮੇਰੀ ਵਜ੍ਹਾ ਤੋਂ ਕੋਈ ਹੈ ਸ਼ਿਕਾਲ ਜਾਂ ਮੇਰੀ ਵਜ੍ਹਾ ਤੋਂ ਇਹਨਾਂ ਦੀ ਕੋਈ ਦਿਲ ਸ਼ਿਕਨੀ ਹੋਈ ਹੈ ਨਾ, ਮੈਂ ਫਿਰ ਮਾਜ਼ਰਤ ਕਰਨਾ, ਤੇ ਆਇੰਦਾ ਮੈਂ ਇਹਨਾਂ ਦੀ ਕਿਸੇ ਗੱਲ ਜਿਹੜਾ ਨਾ ਉਹਦਾ ਕੋਈ ਕਮੈਂਟ ਨਹੀਂ ਕਰਾਂਗਾ। ਪਹਿਲੇ ਹੋਇਆ ਤੇ ਮੈਨੂੰ ਯਾਦ ਨਹੀਂ, ਤੇ ਆਇੰਦਾ ਹੋਏਗਾ ਨਹੀਂ। ਠੀਕ ਹੈ ਜੀ ਅਲੀ ਅਕਬਰ ਭਾਈ। ਵਾਲੇਕੁਮ ਸਲਾਮ ਵਰਹਿਮਤੁਲਾਹ। ਮੈਂ ਤੇ ਭਾਈਆਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ, ਤੁਸੀਂ ਆ ਕੇ ਤੇ ਸਿੱਧਾ ਕਿਹਾ ਸੀ ਕਿ ਜੀ ਤੁਹਾਡੀ ਅਗਰ ਕਿਸੇ ਗੱਲ ਨਾਲ ਸਾਨੂੰ ਮਸਲਾ ਹੋਵੇ ਤਾਂ ਅਸੀਂ ਤੁਹਾਡੇ ਨਾਲ ਇਖਤਲਾਫ ਕਰ ਸਕਦੇ ਹਾਂ, ਤੇ ਉੱਥੇ ਗੱਲ ਹੋਰ ਕੋਈ ਹੋ ਰਹੀ ਸੀ, ਨਾ ਕੋਈ ਇਖਤਲਾਫ ਹੋ ਰਿਹਾ ਸੀ ਨਾ ਕੁਛ। ਤੁਸੀਂ ਉਸ ਦਿਨ ਅਸਲ 'ਚ ਮੇਰਾ ਇਖਤਲਾਫ ਤੁਹਾਡੇ ਨਾਲ ਕੋਈ ਨਹੀਂ ਹੈਗਾ, ਮੈਂ ਤੁਹਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਸੀ, ਤੁਹਾਨੂੰ ਪਤਾ ਹੈਗਾ। ਜਿੱਥੇ ਤੁਸੀਂ ਆਉਂਦੇ ਸੋ ਅੱਛਾ ਸੀ ਨਹੀਂ ਅਸੀਂ ਤੁਹਾਡੀ ਇਹ ਵੀ ਕਰਨਾ। ਠੀਕ ਹੈ, ਤੁਸੀਂ ਜਿੱਥੇ ਆਦੇ ਸੋ ਤੁਹਾਨੂੰ ਯਾਦ ਹੈ 200 ਬੰਦਾ ਸੁਣਦਾ ਹੁੰਦਾ ਸੀ। ਅਹਿਮਦ ਜੜ ਕੋਲ ਮੈਂ ਕਹਿੰਦਾ ਸੀ ਇਹਨਾਂ ਨੂੰ ਸਟੇ ਰੀਅਲ ਸਾਨੂੰ ਮੌਕਾ ਦਿਓ, ਤੁਸੀਂ ਜਜ਼ਾਕੱਲਾ ਵੀ ਕਹਿੰਦੇ ਸੀ ਮੈਨੂੰ ਮੌਕਾ ਦਿੱਤਾ ਨਾ, ਲੇਕਿਨ ਤੁਸੀਂ ਉਸ ਨੂੰ ਕੁਝ ਬਿਲਾ ਵਜ੍ਹਾ ਆ ਕੇ ਤੇ ਵਿੱਚ ਤੁਸੀਂ ਆਪਣਾ ਆ ਕੇ ਇੱਕ ਜਗ੍ਹਾ ਤੇ ਬਿਆਨ ਦੇ ਛੱਡੇ ਸੀ, ਤੇ ਮੈਂ ਉੱਥੇ ਹੈਰਾਨ ਹੋਇਆ ਸੀ ਤੁਹਾਡੀ ਉਹ ਵਾਲਾ ਚਿਹਰਾ ਵੇਖ ਕੇ, ਤੇ ਮੈਂ ਕਿਹਾ ਯਾਰ ਇੱਥੇ ਪਤਾ ਹੀ ਲੱਗਦਾ ਬੰਦੇ। ਭਾਈ ਯਾਦ ਵੀ ਨਹੀਂ, ਮੈਂ ਚਲੋ ਛੱਡ ਦਿਓ ਬਿਆਨ ਨੂੰ ਨਾ, ਉੱਥੇ ਤੁਹਾਡਾ ਬਣਦਾ ਨਹੀਂ ਸੀ ਦੇਣਾ ਕਿਸੇ ਜਗ੍ਹਾ ਤੇ ਬਿਆਨ। ਜਿਹੜੇ ਬੰਦੇ ਦਾ ਮਾਮਲਾ ਚੱਲਦਾ ਸੀ ਉਹਨੂੰ ਚੱਲਣ ਦੇਣਾ ਸੀ, ਵਿੱਚ ਆ ਕੇ ਤੁਸੀਂ ਆਪਣੀ ਐਡ ਕਰਨਾ ਸ਼ੁਰੂ ਕਰਤੀ ਕੌਮੈਂਟ। ਉਹ ਕੌਮੈਂਟ ਮੈਂ ਤੁਹਾਡੇ ਸੁਣੇ ਸੀ ਬਾਅਦ ਵਿੱਚ, ਤੇ ਮੈਂ ਕਿਹਾ ਕਿ ਮੁਨਾਸਬ ਨਹੀਂ ਸੀ ਤੁਹਾਡੇ ਕੌਮੈਂਟ ਵਾਲੇ। ਕਦੀ ਵਾਰੀ ਕੋਈ ਗੱਲ ਕਿਸੇ ਉਸ ਵਕਤ ਇਨਸਾਨ ਕਿਸੇ ਹੋਰ ਸੋਚ ਚ ਹੁੰਦਾ ਹੈ, ਕਦੀ ਕੋਈ ਪਤਾ ਨਹੀਂ ਕੌਣ ਕੀ ਸੋਚ ਰਿਹਾ ਹੁੰਦਾ ਹੈ। ਕੋਈ ਇੱਕ ਅੱਧੀ ਵਾਰੀ ਗੱਲ ਨੂੰ ਜਾਣ ਦਿਆ ਕਰੋ, ਸਾਰੇ ਜਾਣ ਦਿੰਦੇ ਨੇ। ਅਸੀਂ ਇੱਕ ਹੁਸਨੇ ਜ਼ਨ ਰੱਖਨੇ ਆਪਣੇ ਭਰਾਵਾਂ ਵਾਸਤੇ, ਛੋਟੀ ਮੋਟੀ ਜੇ ਅਗਰ ਹੋ ਵੀ ਜਾਂਦੀ ਹੈ ਤੇ ਦਰਗੁਜ਼ਰ ਵੀ ਕਰ ਦਿਆ ਕਰੋ, ਭਾਵੇਂ ਤੁਸੀਂ ਵੀ ਗੰਢ ਬੰਨ ਲੈਂਦੇ ਹੋ। ਛੱਡ, ਮੈਂ ਕਦੋਂ ਬੰਨੀ ਜੇ, ਹੁਣ ਵੀ ਗੱਲ ਕੋਈ ਹੋਰ ਹੋ ਰਹੀ ਸੀ। ਨਹੀਂ ਉਹ ਤਾਂ ਅਸੀਂ ਹੁਣ ਤੇ ਮੇਰੀ ਗੱਲ ਸੁਣੋ, ਤੁਸੀਂ ਬੜੀ ਚਿੱਥ ਕੇ ਬੜੀ ਸੋਹਣੀ ਗੱਲ ਕਰਦੇ ਹੋ, ਤੇ ਤੁਹਾਡਾ ਮੈਸੇਜ ਪਹੁੰਚ ਜਾਂਦਾ, ਸਾਨੂੰ ਪਤਾ ਲੱਗਦਾ ਪਿਆ ਕਿੱਥੋਂ ਗੱਲ ਕਰਦੇ ਹੋ ਪਏ। ਐਡੇ ਕਾਕੇ ਅਸੀਂ ਵੀ ਨਹੀਂ ਹੈ, ਤੇ ਨਾ ਹੀ ਕੰਨਾਂ 'ਚ ਬੁਰਕੀਆਂ ਪਾਉਂਦੇ ਆ। ਮੈਨੂੰ ਪਤਾ ਹੈ ਤੁਹਾਡੇ ਵਾਸਤੇ ਸਿਰਫ ਇਹ ਹੀ ਆਨੇ ਆ ਪਏ ਰਿਕੁਐਸਟ ਹੈ, ਤੇ ਤੁਹਾਨੂੰ ਦਰਖਾਸਤ ਹੀ ਕੀਤੀ ਜਾ ਰਹੀ ਹੈ ਕਿ ਦਰਗੁਜ਼ਰ ਕਰੋ। ਉਹ ਸਾਡੇ ਬਜ਼ੁਰਗ ਨੇ, ਸਾਡੇ ਬਜ਼ੁਰਗ ਹੁਣ ਮਾਸ਼ਾਅੱਲਾ ਰਿਕਵਰ ਹੋਏ ਨੇ, ਤੇ ਕੋਈ ਗੱਲ ਨਹੀਂ ਜੇ ਮਾੜੀ ਮੋਟੀ ਕਰ ਵੀ ਮੈਨੂੰ ਭਾਵੇਂ 10 ਕਰ ਲੈਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੀ ਗੱਲ ਮੈਨੂੰ ਕੋਈ ਹਾਰਮ ਹੀ ਨਹੀਂ ਕਰਦੀ, ਜਿਵੇਂ ਤੁਹਾਡੀ ਮੈਨੂੰ ਕੋਈ ਨਹੀਂ ਹਾਰਮ ਕਰਦੀ। ਤੁਸੀਂ ਜੋ ਮਰਜ਼ੀ ਆਂਦੇ ਰਹੋ। ਨਹੀਂ ਸਾਰੇ ਮਤਲਬ ਮੈਂ ਤਾਂ ਫਿਰ ਕਹਿੰਦਾ ਜਿਹਨੂੰ ਵੀ ਅੱਜ ਤੱਕ ਜੋ ਮੇਰੇ ਕੋਲ ਟਿਕਟਾਕ ਤੇ ਜਾਂ ਵੈਸੇ ਵੀ ਪਰੇਸ਼ਾਨੀ ਹੋਈ ਹੈ ਜਾਂ ਦਿਲ ਟਿੱਕੀ ਹੋਈ ਹੈ, ਮੈਂ ਫਿਰ ਮਾਜ਼ਰਤ ਕਰ ਲਾਂਗਾ। ਮੇਰਾ ਕਿਹੜਾ ਕੱਟ ਚੁੱਕਾ ਲੋ ਹੁਣ ਉਹ ਆਂਦੇ ਨੇ ਪਏ, ਤੇ ਅਲੀ ਅਕਬਰ ਭਾਈ ਵੀ ਤੇ ਫਿਰ ਸਾਡੇ ਨਹੀਂ ਮੈਨੂੰ ਕੁਝ ਉਹ ਹੁਣ ਅਸਲ 'ਚ ਗੱਲ ਕੋਈ ਹੋਰ ਵੀ ਤਾਂ ਉਹਨਾਂ ਨੇ ਕਿਹਾ ਤੁਹਾਡੇ ਨਾਲ ਇਖਤਲਾਫ ਕਰ ਸਕਦੇ, ਮੈਂ ਕਿ ਕਰੋ ਇਖਤਲਾਫ, ਮੈਂ ਕਿਸੇ ਇਖਤਲਾਫ ਨਹੀਂ ਕੀਤਾ। ਅਲੀ ਅਕਬਰ ਤੁਸੀਂ ਛੋਟੇ ਹੋ, ਹੁਣ ਦਰਗੁਜ਼ਰ ਕਰਦੇ ਹੋ ਇੱਕ ਦੂਸਰੇ ਨੂੰ, ਤੇ ਵੇਖੋ ਇੱਕ ਮਿੰਟ ਓਪਨ ਆਈ ਭਾਈ, ਆਲਡੀ ਤੋਂ ਜਿਹੜਾ ਨਾ 5-6 ਪੈਕਟ ਬਦਾਮਾਂ ਦੇ ਲਿਆ ਕੇ ਨਾ ਤੇ ਸੌਂਫ ਵਿੱਚ ਮਿਕਸ ਕਰਕੇ ਕੁੱਟ ਕੇ ਚੰਗੀ ਤਰ੍ਹਾਂ ਦੇ ਖਾਣੇ ਸ਼ੁਰੂ ਕਰ ਦੇ। ਤੁਸੀਂ ਦਿਮਾਗ ਤੋਂ ਬਹੁਤ ਜ਼ਿਆਦਾ ਕੰਮ ਲੈ ਰਹੇ ਹੋ, ਔਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ। वो इख्तलाफ वाली गल पहले किसी और दोस्त। हाँ जी ठीक है सर। चलो ठीक है। बाकी ये कि ये लोगों को भी सीखना चाहिए, हमारे मुसलमान भाइयों को भी सीखना चाहिए, मतलब जो हमें सरकारी मुसलमान भाई जो हैं, कि देखें अख्तलाफात आपस में होते रहते हैं, लेकिन हमारे अख्तलाफात विद इन डेज़, विद इन मिनट्स, विद इन आवर्स रिजॉल्व हो जाते हैं। तो आप भी सीखें इससे, और आपस में भाईचारा से रहें और सीखें हमसे, ठीक है ना। तो जज़ाकल्लाह। अल्लाह ना करे सानू भी इख्तलाफात उत्ते मुनाजरा करना पवे, अल्लाह ना करे जी सानू होंदे। जी उनके तो सर महीनों से चलते हैं, उन्होंने महीने चलते हैं, 6-6 माह तो चलन डे आउंदे ने, ਤੇ ਉਹ ਸਾਡਾ ਮਾਮਲਾ ਉਹ ਨਹੀਂ ਹੈ। ਤੇ ਮੈਂ ਕਹਿੰਦਾ ਸਿੱਖ ਲਓ ਥੋੜਾ ਜਿਹਾ, ਤੇ ਇੰਨੇ ਲੋਕ ਇਕੱਠੇ ਹੋ ਹੀ ਗਏ ਨੇ। ਮੈਂ ਕਿਹਾ ਕੋਈ ਪਬਲਿਕ ਸਰਵਿਸ ਮੈਸੇਜ ਦੇ ਰਹੀ ਹੈ। ਹਰ ਕੋਈ ਆਪਣਾ ਆਪਣਾ ਮੌਕਫ ਰੱਖਦਾ ਹੈ। ਇੱਕ ਆਇਤ ਪੇਸ਼ ਕੀਤੀ ਹੈ, ਉਹਦੇ ਉੱਤੇ ਹੀ ਨਹੀਂ ਉਹਨਾਂ ਦਾ ਇਤਫਾਕ ਹੋ ਰਿਹਾ। ਤੇ ਕਹਿੰਦੇ ਨੇ ਹਮ ਇਸ ਪਰਚਮ ਕੇ ਸਾਏ ਤਲੇ ਹਮ ਇੱਕ ਹੈ, ਹਮ ਇੱਕ ਹੈ।
जो साहब सरकारियों के खिलाफ खत्म करना 5 सेकंड का काम है, जाके वो आपस लड़ते होने तक वो जी कादियानी ने कहता खत्म नबूवत के बारे सब इकट्ठे हो जाएंगे एक जगह। बुजुर्गो अल्लाह दी शान है, इकट्ठा होना है, इन्हां दी मजबूरी है जमाते अहमदियत के खिलाफ सिर्फ और सिर्फ ਇਹ ਤੇ ਅੱਲਾ ਦੀ ਸ਼ਾਨ ਹੈ ਸਰ। ਇਹਨੂੰ ਤੇ ਤੁਸੀਂ ਬਾਬਰਕਤ ਸਾਹਿਬ ਇਹ ਚੀਜ਼ ਸਾਡੇ ਵਾਸਤੇ ਸਾਬਤ ਹੁੰਦੀ ਹੈ। ਤੇ ਸੋਚਣ ਵਾਲੇ ਵਾਸਤੇ ਮੌਲਵੀ ਸੌਦਾ ਕਾਫੀ ਹੈ। ठीक है भाई, ठीक है यार, बात करने से बात करो। अच्छी उस पे बंद करते हैं, जुम्मे का टाइम भी हो रहा है, फिर जुम्मा सुनो अपना अपना ते जाके एंजॉय करो। अल्लाह हाफिज। हैं दुआ में याद रखो। बहुत शुक्रिया, गॉड ब्लेस यू और ऑल। कोई किसी के बारे में दिल में कोई भी ऐसी चीज़ हो प्लीज़ निकाल के जाए और नमाज पढ़े और जुम्मा पढ़े और दोबारा नया तरह से स्टार्ट करे अपनी ज़िंदगी। जज़ाकल्लाह। अल्लाह हाफिज।